ਖੂਬਸੂਰਤ ਯੂਸਫ ਦਾ ਕੋਈ ਹਵਾਲਾ ਆਇਆ। ਹਾਂਜੀ ਹਾਂਜੀ, ਖੁਰਮ ਨਸੀਰ ਰਾਣਾ ਸਾਹਿਬ ਦੀ ਗੱਲ। ਹਾਂ, ਉਹ ਮੈਨੂੰ ਉਹਦਾ ਐਗਜ਼ੈਕਟ ਯਾਦ ਤੇ ਨਹੀਂ ਰਿਹਾ ਕੀ ਗੱਲ ਸੀ, ਲੇਕਿਨ ਕੁਛ ਕੇਸਟ ਹੀ ਜਿਹੜੀ ਅਸੀਂ ਚਲਾਈ ਉਹ ਗਰੁੱਪਾਂ ਦੇ ਜ਼ਮਾਨੇ 'ਚ। ਤੇ ਉਹ ਮੌਜੂਦ ਹੈ ਰਿਕਾਰਡਿੰਗ ਹੀ ਹੈ। ਅੱਛਾ, ਉਹਨਾਂ ਨੇ ਹੁਣ ਇੱਕ ਮਮਤੀ ਬੇਗਮ ਦੇ ਪੇਸ਼ਗੋਈ ਦੇ ਮੁਤਲਕ ਇੱਕ ਵੀਡੀਓ ਜਾਰੀ ਕੀਤੀ ਹੈ, ਉਹ ਸੁਣੀ ਹੈ ਤੁਸੀਂ? ਉਹਦਾ ਜਵਾਬ ਵੀ ਦਿੱਤਾ, ਸੁਣੀ ਨਹੀਂ ਉਦੋਂ ਉਹਨੂੰ ਜਵਾਬ ਦਿੱਤਾ ਇੱਕ ਲਫ਼ਜ਼ ਦਾ। ਅੱਛਾ, ਚੰਗਾ, ਬਹੁਤ ਅੱਛਾ ਕੀਤਾ। ਉਹਦੇ 'ਚ ਤਾਂ ਬੜੇ ਬਲੰਡਰ ਉਹਨਾਂ ਨੇ ਐਸੀਆਂ ਗੱਲਾਂ ਕੀਤੀਆਂ ਨੇ ਜਿਹੜੀਆਂ ਮਿਰਜ਼ਾ ਸਾਹਿਬ ਨੇ ਕਹੀਆਂ ਹੀ ਨਹੀਂ। ਉਹ ਤਾਂ ਇੰਝ ਲੱਗਦਾ ਕਿ ਮਿਰਜ਼ਾ ਸਾਹਿਬ ਦੇ ਖਿਲਾਫ ਉਹਨਾਂ ਨੇ ਉਹ ਵੀਡੀਓ ਬਣਾ ਦਿੱਤੀ। ਉਹ ਸਭ ਤੋਂ ਪਹਿਲਾ ਹਮਲਾ ਤੇ ਉਹਨਾਂ ਨੇ ਮਿਰਜ਼ਾ ਅਹਿਮਦ ਬੇਗ ਤੇ ਕਰ ਦਿੱਤਾ। ਜੀ ਹਾਂ, ਹਾਲਾਂਕਿ ਮਿਰਜ਼ਾ ਸਾਹਿਬ ਨੇ ਤੇ ਅਹਿਮਦ ਬੇਗ ਦੇ ਉੱਤੇ ਉਹ ਇਲਜ਼ਾਮ ਲਗਾਏ ਹੀ ਨਹੀਂ ਜਿਹੜੇ ਇਹਨਾਂ ਨੇ ਲਗਾਏ ਨੇ। ਆਮਿਰ ਭਾਈ ਦੀ ਵੀਡੀਓ ਮੈਂ ਵੀ ਦੇਖੀ ਹੈ, ਅੱਛਾ, ਬਹੁਤ ਜ਼ਬਰਦਸਤ ਹੈ। ਅਗਰ ਕਹਿੰਦੇ ਹੋ ਤੇ ਤੁਹਾਨੂੰ ਸੁਣਾ ਵੀ ਦਿੱਤਾ ਜਾਏ। ਹਾਂ ਠੀਕ ਹੈ। ਨਹੀਂ ਸੁਣ ਲੈਂਗੇ, ਲੇਕਿਨ ਅਸਲ ਚੀਜ਼ ਇਹ ਹੈ ਕਿ ਉਹ ਆਮਦਨ ਕੀਤੇ ਗਏ ਨੇ ਕੰਮ, ਇਹ ਨਹੀਂ ਕਿ ਉਹਨਾਂ ਨੂੰ ਪਤਾ ਨਹੀਂ। ਅੱਛਾ, ਰਾਣਾ ਸਾਹਿਬ ਤੁਹਾਨੂੰ ਵੀ ਪਤਾ ਹੈ ਕਿ ਕੋਈ ਨਵੇਂ ਬੰਦੇ ਨਹੀਂ ਆ, ਹਾਂਜੀ, ਕਿਤਾਬਾਂ ਨਾ ਪੜ੍ਹੀਆਂ ਨੇ, ਉਹਨਾਂ ਨੂੰ ਪਤਾ ਹੈ ਜੋ ਕੋਈ ਮੈਂ ਗੱਲ ਬਿਆਨ ਕਰ ਰਿਹਾ ਗੱਲ ਉੱਤੇ ਨਹੀਂ ਲਿਖੀ ਨਾ। ਇਹਦਾ ਮਤਲਬ ਹੈ ਕਿ ਆਮਦਨ ਕੀਤੀਆਂ ਜਾ ਰਹੀਆਂ ਨੇ ਗੱਲਾਂ। ਬੜਾ ਅਜੀਬ ਜਿਹਾ। ਉਹ ਅਗਲੇ ਦਿਨ ਕਿਧਰੇ ਉਹਨਾਂ ਨੇ ਇੱਕ ਮੁਨਾਜ਼ਰਾ ਜਾਂ ਮੁਕਾਲਮਾ ਕੀਤਾ ਹੈ ਅਵੈਸ ਇਕਬਾਲ ਦੇ ਨਾਲ, ਹਾਂਜੀ, ਤੇ ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੇ ਬਲੰਡਰ ਮਾਰੇ ਨੇ, ਐਸੀਆਂ ਗੱਲਾਂ ਲਾ ਯਾਨੀ ਜਿਹਦਾ ਕੋਈ ਜੋੜ ਨਹੀਂ, ਜਾਂ ਉਹਨੂੰ ਪੈਂਡਿੰਗ ਕਰ ਦਿੱਤਾ, ਮੈਂ ਬਾਅਦ ਜਵਾਬ ਦਿਆਂਗਾ। ਸਵਾਲ ਉਹ ਕਰਦਾ ਰਿਹਾ ਹੈ, ਉਹਨੇ ਕਿਹਾ ਜੀ ਤੁਸੀਂ ਹਾਂ ਕਰ ਦਿਓ ਤਾਂ ਵੀ ਠੀਕ ਹੈ, ਨਾ ਕਰ ਦਿਓ ਤਾਂ ਵੀ। ਇਹ ਜਿਸ ਤਰ੍ਹਾਂ ਉਹ ਅਸੀਂ ਪੁੱਛਦੇ ਹਾਂ ਨਾ ਮਸੀਹ ਭਾਈਆਂ ਨੂੰ ਕਿ ਈਸਾ ਅਲੈਹਿਸਲਾਮ ਦੇ ਖੁਦਾਵੰਦ ਯਿਸੂ ਮਸੀਹ ਦੇ ਬਾਪ ਹੈ ਨੇ ਜਾਂ ਨਹੀਂ ਨੇ। ਤੇ ਕੱਲ ਉਹ ਸਾਡੇ ਫਸਟ ਸਿਟੀਜ਼ਨ ਜਿਹੜੇ ਨੇ ਉਹ ਬੜੇ ਨਾਰਾਜ਼ ਹੋਏ ਵੇ, ਤੁਸੀਂ ਇਹ ਕਿਉਂ ਪੁੱਛਦੇ ਹੋ? ਉਹ ਗੋਇਆ ਇਸ ਤਰ੍ਹਾਂ ਉਹਨਾਂ ਨੇ ਉਹਨੂੰ ਲਿਆ ਕਿ ਜਿਸ ਤਰ੍ਹਾਂ ਕਿਸੇ ਦੇ ਬਾਪ ਦਾ ਸ਼ੁਭਾ ਹੋਵੇ ਤੇ ਪਤਾ ਨਾ ਹੋਵੇ। ਇਹ ਗੱਲ ਤੇ ਕਹੀ ਨਹੀਂ ਗਈ। ਗੱਲ ਤੇ ਸਿਰਫ ਇਤਨੀ ਹੈ ਵੀ ਜੇ ਬਾਪ ਹੈ ਨੇ ਤਾਂ ਵੀ ਠੀਕ ਹੈ, ਜੇ ਨਹੀਂ ਤਾਂ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਕਹਿ ਦਿਓ। ਇਹ ਤੇ ਨਹੀਂ ਪੁੱਛ ਰਿਹਾ ਵੀ ਤੁਸੀਂ ਉਹਨਾਂ ਦਾ ਨਾਂ ਦੱਸੋ, ਉਹਨਾਂ ਦੀ ਤਸਵੀਰ ਦਿਖਾਓ, ਸਾਬਤ ਕਰੋ। ਇਹ ਸਵਾਲ ਨਹੀਂ ਹੈ। ਸਵਾਲ ਸਿਰਫ ਇਤਨਾ ਹੈ ਨਹੀਂ ਜਾਂ ਨਹੀਂ ਨੇ। ਤੇ ਇਹ ਤੇ ਜਾਇਜ਼ ਸਵਾਲ ਹੈ, ਕੋਈ ਐਸਾ ਬੁਰਾ ਸਵਾਲ ਨਹੀਂ ਹੈ। ਇਸ ਤਰ੍ਹਾਂ ਹੀ ਉਹਦੇ ਵਿੱਚ ਉਹਨੇ ਜਿਹੜੇ ਸਵਾਲ ਪੁੱਛੇ, ਉਹ ਉਹਨੇ ਕਿਹਾ ਕਿ ਖੁਦ ਉਹਨਾਂ ਨੇ ਇੱਕ ਕਾਨੂੰਨ ਇਹ ਦੱਸਿਆ ਕਿ ਪੇਸ਼ਗੋਈਆਂ ਜਿਹੜੀਆਂ ਹੁੰਦੀਆਂ ਨੇ ਉਹ ਸੱਚੀਆਂ ਸਾਬਤ ਹੁੰਦੀਆਂ ਨੇ ਤੇ ਉਹ ਸੱਚਾ ਸਾਬਤ ਕਰਦੀਆਂ ਨੇ। ਉਹਨਾਂ ਕਿਹਾ ਫਿਰ ਦੱਸੋ ਉਹਨਾਂ ਦੀ ਕੋਈ ਇੱਕ ਪੇਸ਼ਗੋਈ ਜਿਹੜੀ ਸੱਚੀ ਸਾਬਤ ਹੋਈ ਹੋਵੇ ਔਰ ਜਿਹਦੇ ਨਾਲ ਲੋਕਾਂ ਨੇ ਉਹਨਾਂ ਨੂੰ ਮੰਨਿਆ ਹੋਵੇ। ਤੇ ਫਿਰ ਉਹਨਾਂ ਉਹਨੂੰ ਪੈਂਡਿੰਗ ਕਰ ਦਿੱਤਾ। ਮਸਰੂਫੀਅਤ ਦੀ ਵਜ੍ਹਾ ਤੋਂ ਪੈਂਡਿੰਗ ਕਰ ਦਿੱਤਾ। ਬਾਅਦ ਜਵਾਬ ਨਹੀਂ, ਇਹ ਜਵਾਬ ਉਹਨੇ ਸਹੀ ਦਿੱਤਾ। ਮਿਰਜ਼ਾ ਸਾਹਿਬ यही लिखा है कि तौरात और कुरान ने पेश गोई ਨੂੰ ਨਬੂਵਤ ਦਾ ਮਿਆਰ ਠਹਿਰਾਇਆ। ਉਹਨਾਂ ਨੇ ਮਿਰਜ਼ਾ ਸਾਹਿਬ ਦੇ ਹਵਾਲੇ ਨਾਲ ਹੀ ਜਵਾਬ ਦੇਣਾ ਸੀ ਨਾ, ਉਹਨਾਂ ਨੇ ਕੋਈ ਹੋਰ ਕਿਸੇ ਹਵਾਲੇ ਨਾਲ ਨਹੀਂ ਸੀ ਕਹਿਣਾ। ਉਹਨਾਂ ਨੇ ਪੇਸ਼ ਗੋਈ ਨੂੰ ਹੀ ਮਿਆਰ ਦੇ ਤੌਰ ਤੇ ਪੇਸ਼ ਕੀਤਾ ਹੈ। ਲੇਕਿਨ ਅਗਲੀ ਗੱਲ ਜਿਹੜੀ ਉਹ ਫਿਰ ਥੋੜੀ ਪਰੇਸ਼ਾਨੀ ਵਾਲੀ ਵੀ ਅਸੀਂ ਕੀ ਜਿਹੜੇ ਪੁੱਛਿਆ ਜਾਏ ਕਿ ਇਹਨੂੰ ਤੁਸੀਂ ਪਲੇਸ ਕਰਕੇ ਉਹਨੂੰ ਉਹਦਾ ਇੰਤਬਾਕ ਕਰਕੇ ਦੱਸੋ, ਫਿਰ ਉਹ ਥੋੜਾ ਮਸਰੂਫੀਅਤ ਹੀ ਪੈ ਜਾਂਦੇ ਨੇ। ਅਜੀਬ ਵੀ ਉਹਨਾਂ ਨੇ ਉਹਦੇ ਨਾਲ, ਹਾਲਾਂਕਿ ਉਹ ਕੋਈ ਕਾਫੀ ਫੇਵਰੇਬਲ ਵੀ ਗੱਲਾਂ ਉਹਨੇ ਕੀਤੀਆਂ ਕਿ ਤੁਹਾਨੂੰ ਮੈਂ ਤੇ ਤੁਹਾਡੇ ਮੁਤਲਕ ਕੋਈ ਆਵਾਜ਼ ਘੱਟ ਗਈ ਹੈ। ਕਿਸੇ ਦਾ ਮਾਈਕ ਓਪਨ ਹੈ ਜਾਂ ਮੈਂ ਹੀ ਮਿਊਟ ਕਰਾਂ? ਮੇਰੇ ਹੀ ਵਜ੍ਹਾ ਤੋਂ ਆਵਾਜ਼ ਘੱਟ ਆ ਰਹੀ ਨਹੀਂ, ਉਹ ਸਨੀ ਸਾਹਿਬ ਦੀ ਆਵਾਜ਼ ਘੱਟ ਆ ਰਹੀ ਹੈ ਥੋੜੀ। ਹੁਣ ਠੀਕ ਹੈ? ਹੁਣ ਬਿਹਤਰ ਹੈ। ਅੱਛਾ, ਮੈਂ ਕਿਹਾ ਉਹ ਅਵੈਸ ਇਕਬਾਲ ਤੇ ਕਹਿੰਦਾ ਹੈ ਵੀ ਮੈਂ ਤੁਹਾਡੇ ਨਾਲ ਕੋਈ ਮੈਨੂੰ ਪ੍ਰਖਾਸ਼ ਨਹੀਂ, ਮੈਂ ਤੇ ਮੇਰੇ ਵਾਸਤੇ ਤੇ ਸਾਰੇ ਹੀ ਦਾਅਵਾ ਕਰਨ ਵਾਲੇ ਬਰਾਬਰ ਨੇ। ਮੈਂ ਖੁਦਾ ਰਸੂਲ ਹਰ ਚੀਜ਼ ਦਾ ਮੁਨਕਰ ਹਾਂ। ਤੇ ਲੇਕਿਨ ਜਿਹੜਾ ਆਮ ਦੁਨਿਆਵੀ ਰਵੱਈਆ ਲੋਕਾਂ ਦੇ ਨਾਲ ਉਹ ਅੱਛਾ ਹੋਣਾ ਚਾਹੀਦਾ। ਤੇ ਉਹਦੇ ਅਗਰ ਉਹ ਤੁਹਾਡੇ ਨਾਲ ਅੱਛਾ ਨਹੀਂ ਤੇ ਮੈਂ ਉਹਨੂੰ ਕੰਡੈਮ ਕਰਨਾ, ਉਹ ਨਹੀਂ ਅੱਛਾ। ਲੇਕਿਨ ਜਿਹੜੀਆਂ ਗੱਲਾਂ ਤੁਹਾਡੇ ਮੁਤਲਕ ਸੁਣੀਆਂ ਨੇ ਕਿ ਇਸ ਤਰ੍ਹਾਂ ਨੇ, ਉਹ ਸ਼ਨੀਦ ਨੇ, ਤੁਸੀਂ ਉਹਨਾਂ ਦੀ ਤਰਦੀਦ ਜਾਂ ਤਾਇਦ ਕਰਦੇ ਹੋ। ਉਹ ਫਿਰ ਉਹਨਾਂ ਨੂੰ ਸਬੂਤ ਮੰਗਣ ਲੱਗ ਪਿਓ, ਕਹਿਣ ਲੱਗ ਵੀ ਮੇਰੇ ਕੋਲ ਕਾਹਦੇ ਸਬੂਤ? ਮੈਂ ਤਾਂ ਤੁਹਾਨੂੰ ਕਹਿ ਰਿਹਾ ਜੋ ਵੀ ਤੁਸੀਂ ਕਰੋਗੇ, ਤਾਇਦ ਕਰੋਗੇ ਤਾਂ ਵੀ ਮੈਂ ਮੰਨ ਲਾਂਗਾ, ਤਰਦੀਦ ਕਰੋਗੇ ਤਾਂ ਵੀ ਮੰਨ ਲਾਂਗਾ।
ਤੁਹਾਡੇ ਤੇ ਹੀ ਹੈ। ਉਹ ਹੁਸੈਨੀ ਸਾਹਿਬ ਉਹਦੇ ਸਲਾਮ ਵਿੱਚ ਇੱਕ ਅਲੈਕੁਮ। ਵਾਲੇਕੁਮ ਜੀ ਉਹਦੇ ਵਾਲੇਕੁਮ ਵਿੱਚ ਸਲਾਮ। ਹੁਸੈਨੀ ਸਾਹਿਬ ਉਸ ਇੰਟਰਵਿਊ ਦੇ ਵਿੱਚ ਜਿਹੜੀ ਇੱਕ ਗੱਲ ਕੀਤੀ ਹੈ, ਜੀ ਇਕਬਾਲ ਸਾਹਿਬ ਨੇ ਜਦੋਂ ਪੁੱਛਿਆ ਕਿ ਮਿਰਜ਼ਾ ਸਾਹਿਬ ਦੀ ਕੀ ਆਮਦਨ ਸੀ, ਕੀ ਜ਼ਰੀਆ, ਹਾਂਜੀ ਉਹਦੇ ਵਿੱਚ ਖੁਰਬ ਰਾਣਾ ਸਾਹਿਬ ਕਹਿੰਦੇ ਨੇ ਕਿ ਮਿਰਜ਼ਾ ਸਾਹਿਬ ਦੀ 70 ਪਿੰਡਾਂ ਦੀ ਮਲਕੀਅਤ ਸੀ। ਅਮਰ ਭਾਈ ਵੀ ਬੈਠੇ ਨੇ ਮਾਸ਼ਾਅੱਲਾ, ਹਾਂ ਇਹ ਮੈਨੂੰ ਤਾਂ ਨਹੀਂ ਪਤਾ, ਲੇਕਿਨ क्या वो 70 पिंडा की मलकियत रखते सर? नहीं, वो पूरी बात आपने नहीं सुनी ना। वो पूरी बात उन्होंने की थी जैसे ही उसने कहा ना जी कि 70 मिल्कों की वो मलकियत थी पिंडों की, फौरन अवैस इकबाल ने कहा कि इतने जागीरदार का बेटा जो है वो क्लर्क की नौकरी क्यों करता था। इसका जवाब ढूंढ रहे हैं आप। इसका जवाब नहीं, वो मिर्जा भी साहब ठीक ने है। अपने लिटरेचर में खुद लिखा हुआ है कि अकबर बादशाह के दौर में इनके पास 3000 गांव का इंतजाम था, फिर वो कम होकर 300 पर आया, फिर उससे कम हुआ। ये सारा मजमून मिर्जा साहब ने खुद लिखा हुआ है। और आखिर में मुफलिसी की हालत भी सारी लिखी हुई है, और इस पर अल्लाह की खुशी का इजहार किया है कि अल्लाह ने मेरे से दुनियावी सारी दौलत ले ली और मुझे वो दौलत दे दी जो किसी के पास नहीं है। ये जो आप दर्जा बदर्जा नीचे आ रहे हैं ना, इसको इतनी स्पीड से नीचे ना गिराएं, उसमें गेयर होते हैं दरमियान में जो 7000 या जितनी भी बड़ी आपने रकबा बताया है, उसको नीचे लाते लाते बड़े मिर्जा साहब जो है मिर्जा गुलाम मुर्तजा साहब, उनकी जायदाद क्या थी? वो हुसैनी साहब वो मजमून पढ़ लें आप खुद ही, लिखा हुआ मिर्जा साहब ने नहीं, सारे का ऐसा सारा। जहाँ आखिर पे आपने जो बात बताई है वो सही नहीं है, उसे ठीक कर लें। मिर्जा साहब के ज़माने में 700 रुपये गालबन उनको पेंशन मिलती थी। 700 रुपये बड़ी रकम होती थी, जिससे बड़ा अच्छा गुजारा चल सकता था। वो मिर्जा साहब की वजह से थी, यानी मिर्जा गुलाम मुर्तज़ा साहब की वजह। और ये मिर्जा साहब के अपने ज़माने, वो उनके ज़ेर कफालत थे, तो गुर्बत कहाँ से आ गई? ये मैं आपको बता दूंगा। ये तो खैर एक दूसरा सवाल हो गया। मैं तो आपका जो पहला मजमून अभी 2 मिनट पहले चल रहा था कुरान शरीफ की तिलावत के मुतालिक, जी जी, मैं तो उसके इंतजार में अपनी बारी का इंतजार कर रहा था कि वो सूरह क्या? बनी इसराइल में अल्लाह ताला ने जो है फजर के टाइम तिलावत की फजीलत को बयान किया है। शहनशाह वान साहब ने जो सवाल किया था ना, हाँ जी, तो कल ही मैं सूरह बनी इसराइल पढ़ रहा था। वगसक लैल कुरान अल फज्र, जी इन्ना कुरान अल फज्र काना मशहूदा। जी, तो सुबह मैंने के वक्त कुरान शरीफ को पढ़ो, ठीक है? जी, मैं तो आपके वो मजमून में एडिशन के लिए हाजिर हुआ था, हाँ जी, ठीक और है। फिर मैंने सारे पढ़े लिखे लोगों से ये दरख्वास्त करनी थी कि एक दफ़ा बशीरुद्दीन महमूद अहमद की तफसीर सगीर पढ़ें, और आपके अंदर अगर अहमदियत उतर ना जाए तो मुझे पकड़ लें। मैंने तो सारी 10 जिल्दें पढ़ी हैं। तो आपके अंदर उतर गई है ना अच्छा जी, जनाब। अब ये चीज़ है जो जिसके अंदर उतर जाए ना, बस फिर वो निकल नहीं सकती। अच्छा। ना जारी वाला रखे मजमून। अगर अहमदियत उतर जाए तो हमने मानना क्या है, वो नहीं अभी तक क्लियर। आपने अल्लाह रसूल को मानना है और आने वाले नेक बंदों की इज्जत करनी है, जो आप लोग बिल्कुल नहीं करते। मुसलमानों पे मेरा इतराज़ ही सिर्फ ये है कि आज का मुसलमान जो है ना, वो किसी का एहतराम और किसी की इज्जत नहीं करता। अपने नबी की इज्जत का एक पोस्टर बनाता है और बाकी तमाम दुनिया की इज्जत कुचल के रख देता है। तो ये हाल है इस वक्त। तालीम को ना बस इन्होंने एक अजीब व गरीब बना दिया हुआ मजहब को चीज़। यही हमारे भाई आमिर नज़ीर साहब अभी दूसरी ब्रॉड पे करके आ रहे हैं। मिर्जा साहब को नबी या रसूल तो नहीं मानना। और भाईजान फिर आपको पता लगेगा कि नबी और रसूल असल में होते क्या हैं। अभी तो आप सिर्फ जो आपको घोल के दे दिया वो आपने पी लिया। बता दे क्या होते हैं। आप पढ़ के आए ना पहले तफसीर सगीर पूरी, फिर बात करते हैं। नहीं, तफसीर सगीर पूरी पढ़ने के बाद सवाल क्या है वो करें। जो सवाल करेंगे वहां पे पहले ही सर जवाब लिखे हुए हैं। इतनी शानदार तफसीर है कि कभी किसी ने लिखी ही नहीं। आपने सारी तफसीर कबीर पढ़ी है? की बात कर रहा हूँ जी, कबीर की बात नहीं तफसीर कर रहा। सगीर सारी पढ़ी है आपने? कई दफा सर। अच्छा, माशाल्लाह।
तफसीर को पढ़ने के बाद आप इजराए नबूवत के कायल हैं या खत्म नबूवत के कायल हैं? इजराए वही के। इजराए नबूवत के कायल हैं या इजराए खत्म नबूवत के कायल हैं? इजराए वही के। मैं वही का सवाल नहीं किया, मैंने कहा तफसीर सगीर कबीर पढ़ने के बाद आप इजराए नबूवत के कायल हैं या खत्म नबूवत के कायल हैं? नबी बनता कैसे है? मैं पूछ रहा हूँ आप इजराए नबूवत के कायल हैं या खत्म नबूवत के कायल हैं नबी पढ़ने और के आम बाद? इंसान में फर्क क्या है? जिसको अल्लाह ताला नबी बनाते हैं वो अपनी नबूवत पर ईमान लेकर आते हैं और लोगों को बताते हैं कि मुझे अल्लाह ने नबी और अल्लाह रसूल ताला बनाया। जिसको नबी बनाता है उसके साथ सलूक में फर्क क्या होता है? सलूक की मैं बात ही नहीं कर रहा, मैं तो खत्म नबूवत की बात कर तो रहा हूँ फिर या इजराए आपको पता नबूवत। ही नहीं है इस मजमून का, तो आप इसमें ना ही अभी कदम रखें। आप नहीं बताना आपको चाहते बिल्कुल भी नहीं कि पता। जो आपने तफसीर पढ़ी है आपको पढ़ने के नबी और एक बाद आम इंसान में फर्क ही नहीं पता, तो आप क्या इस मजमून पे बात मैंने करें? बता दिया आपको फर्क। ये आपको जो पता नहीं है ना, आप तफसीर पता पढ़ने करके के आइए, बाद मेरे से पूछ लें। तफसीर पढ़ने के बाद आप इजराए नबूवत के कायल हैं या खत्म नबूवत के कायल हैं? इजराए इतने सा वही सवाल के। इतना आसान सा है तो है। आसान सा तो है, लेकिन आपको पता ही नहीं जब बैकग्राउंड नॉलेज, तो मैं आपको क्या बताऊं? देंगे तो देंगे तो पता चलेगा ना। जनाब मैं आपको खुल के बता रहा हूँ कि इजराए अच्छा वही का मैं कायम है। आपको बताता हूँ कि मैंने किसी की तफसीर नहीं पढ़ी, खुद कुरान शरीफ को तर्जमे के साथ पढ़ा है बस फिर और रहने मैं दें। फिर खत्म बात ना नबूवत का करें। कायल हूँ। नहीं, आप बात ना करें, आपको कुछ नहीं पता। अच्छा मैं म्यूट लगा, ठीक हो। साहब ने मोहम्मदी बेगम वाली और तुसां सुनी सारी ਜਾ ਅੱਗੇ ਸਈਦਾ ਜਵੇਰੀਆ ਦਾ ਨਾਮ ਲੈ ਕੇ ਕਿਹਾ ਗਿਆ ਸੀ ਤੇ ਹੁਣ ਮਾਰੀਆ ਕੁਫਤੀਆ ਦਾ ਨਾਮ ਲੈ ਕੇ ਕਿਹਾ ਗਿਆ। ਉਹਨਾਂ ਦੀ ਕੀ ਨਿਸਬਤ ਹੈ ਕੋਈ ਸਮਝ ਨਹੀਂ ਆਈ ਮਾਰੀਆ ਕਿਪਤੀਆ ਦੀ। ਬਸ ਕੋਈ ਉਹਦਾ ਜੋੜ ਤੇ ਨਹੀਂ ਬਣਦਾ ਕਿਸੇ ਸੂਰਤ ਵੀ। ਇਹੋ ਹੀ ਮੈਂ ਅਰਜ਼ ਤੇ ਕਰਨਾ। ਦੱਸੋ ਕੀ ਕਰੀਏ, ਕੀ ਜਵਾਬ ਦਈਏ? यार आमिर भाई आप सुनाए ना, वो बड़ी मजे की है वीडियो। नहीं नहीं जरूरत नहीं है, वो अपलोड कर दिया, लोग देख लेंगे सुन लेंगे। लेकिन असल चीज ये है कि जो उन्होंने मिर्जा साहब के साथ भी बातें मंसूब की है ना, वो मिर्जा साहब की भी बातें नहीं है। हाँ बिल्कुल बिल्कुल। चलो नबी पाक की तौहीन करना एक और बात है, वो तो उनके लिए नॉर्मल है, लेकिन मिर्जा साहब ने भी वो बातें नहीं कही हुई हैं। बल्कि एक बात मैंने बिल्कुल नहीं सुनी है, वो मैं कह रहा था, फिर मैंने अपना हिस्सा वो एक फिक्रा काट दिया बीच में। हाँ मैंने बोला था भी दाढ़ी मेरी चिट्टी होगी, सिर मेरा चिट्टा हो गया पढ़ते पढ़ते। ये बात मैंने पहली बार जिंदगी में सुनी है। ਕਿਹੜੀ? ਜਿਹੜੀ ਉਹ ਕਹਿ ਰਹੇ ਸੀ ਨਾ ਕਿ ਅਹਿਮਦ ਸੁਲਤਾਨ ਬੇਗ ਆਪਣੀ ਔਲਾਦ ਨੂੰ ਤਲਕੀਨ ਕੀਤੀ ਸੀ। ਐਗਜ਼ੈਕਟਲੀ ਓ ਮੇਰੇ ਅੱਲਾ, ਉਹ ਤਲਕੀਨ ਕਰ ਗਿਆ। ਔਰ ਜਿਹੜੀ ਉਹਨਾਂ ਦੀ ਵਾਲਦਾ ਆਈ ਉਹਨੇ ਬੈਤ ਕਰ ਲਈ, ਹਾਲਾਂਕਿ ਉਹਨੇ ਵੀ ਉਹਨਾਂ ਦੇ ਜ਼ਮਾਨੇ 'ਚ ਕੋਈ ਬੈਤ ਨਹੀਂ ਕੀਤੀ। ਹਾਂ ਉਹ ਸਾਰੀਆਂ ਕਾਰਵਾਈਆਂ ਬਾਅਦ ਦੀਆਂ ਨੇ। ਜੀ ਔਰ ਮੈਂ ਸੁਲਤਾਨ ਬੇਗ ਨੇ ਕਦੇ ਵੀ ਉਹਨਾਂ ਨਾਲ ਰਾਬਤਾ ਨਹੀਂ ਕੀਤਾ। ਬਿਲਕੁਲ ਸਹੀ। ਇਹ ਸਾਰੀਆਂ ਗੱਲਾਂ ਐਸੀਆਂ ਉਹਨਾਂ ਨੇ ਬਣਾ ਕੇ ਪਾਈਆਂ ਨੇ ਜਿਹਦਾ ਕੋਈ ਸਬੂਤ ਨਹੀਂ ਹੈ। ਔਰ ਉਹਨੂੰ ਉਹਨਾਂ ਨਸ਼ਰ ਕਰ ਦਿੱਤਾ ਐਸੀ ਗੱਲ ਨੂੰ, ਪਤਾ ਨਹੀਂ ਉਹਦੇ ਨਾਲ ਇੱਕ ਲਫ਼ਜ਼ ਲਗਾਉਣਗੇ ਤੇ ਠੀਕ ਹੋ ਜਾਏਗਾ, ਉਹ ਭੁੱਲ ਗਏ ਨੇ। ਉਹ ਇਹ ਹੈ ਕਿ ਆਫੀਸ਼ੀਅਲ ਨਹੀਂ ਹੈ। ਮੈਂ ਕਿਹਾ ਇੱਕ ਨੇਕੀ ਦੇ ਕਰ ਸੁਣੋ ਸੈਣੀ ਸਾਹਿਬ ਜੀ ਜੀ। ਉਹ ਜਿਹੜੇ ਕੈਸਰ ਸਾਹਿਬ ਪੇ ਦਲਤੇ ਸੋ, ਕੈਸਰ ਜੀ ਉਹਨਾਂ ਦਾ ਨਾਮ ਦੱਸਿਆ ਜੀ? ਕਿਹਦਾ? ਉਹ ਜਿਹੜੀ ਸਾਗ ਬੇਗ ਦੀ ਗੱਲ ਉਹਨਾਂ ਦੱਸੀ ਕਿ ਭਈ ਇਹ ਵੀ ਸ਼ਾਦੀ ਹੋਈ ਹੈ ਉਹਦੀ ਵਜ੍ਹਾ ਤੋਂ, ਰਿਸ਼ਤੇ ਦੀ ਵਜ੍ਹਾ ਤੋਂ। ਹਾਂਜੀ। ਜਿਨ੍ਹਾਂ ਤੁਹਾਨੂੰ ਉਹ ਜਿਹੜੇ ਉਹਨਾਂ ਦੇ ਪਤਾ ਨਹੀਂ ਰਿਸ਼ਤੇਦਾਰ ਨੇ ਜਾਂ ਆ ਕੈਸਰ ਬੇਗ ਇੱਥੇ ਆਉਂਦੇ ਰਹਿੰਦੇ ਨੇ। ਉਹ ਕਿਰੇ ਉਹਨਾਂ ਨਾਲ ਤੇ ਗੱਲ ਕਰਾ ਦਿਓ ਮੇਰੀ ਕੋਈ 10-15 ਮਿੰਟ। ਜ਼ਰੂਰ ਕਰਾ ਦਿਆਂਗੇ। ਮੈਂ ਦੇਖਣਾ ਫੋਨ ਨਹੀਂ। ਉਹ ਮਿਰਜ਼ਾ ਇਸਾਕ ਬੇਗ ਉਹਨਾਂ ਦੇ ਖਾਲੂ ਨੇ। ਹਾਂ ਉਹ ਕਹਿੰਦੇ ਨੇ ਮੇਰੇ ਸਕੇ ਖਾਲੂ ਨੇ, ਤੇ ਇਹ ਲੰਡਨ ਵਿੱਚ ਰਹਿੰਦੇ ਨੇ, ਆਉਂਦੇ ਰਹਿੰਦੇ ਨੇ ਇੱਥੇ ਵਕਤਨ। ਇਸ ਵਕਤ ਤੇ ਨਹੀਂ ਨਜ਼ਰ ਆ ਰਹੇ, ਤੇ ਜੇ ਆਉਣਗੇ ਤਾਂ ਮੈਂ ਮਿਲਾ ਦਿਆਂਗਾ, ਬਲਕਿ ਉਹਨਾਂ ਨੂੰ ਮੈਸੇਜ ਕਰ ਦਿਆਂਗੇ। ਇੱਕ ਵਾਸਤੇ ਕਿ ਆਉਂਦੇ ਨੇ ਤੁਹਾਡੇ ਕੋਲ, ਆਏ ਨੇ ਕਦੇ? ਹਾਂ ਬਿਲਕੁਲ ਇੱਥੇ ਆਉਂਦੇ ਬਲਕਿ ਵੀ ਅੱਛਾ ਮੈਂ ਨਹੀਂ ਉਹਨਾਂ ਨੂੰ ਫਿਰ ਆਏ ਨੇ। ਉਹਨਾਂ ਸਾਰੀਆਂ ਗੱਲਾਂ ਖੁਦ ਬਿਆਨ ਕੀਤੀਆਂ ਨੇ। ਮੈਂ ਵੀ ਉਹਨਾਂ ਦੇ ਇੱਕ ਦੋ ਬੰਦਿਆਂ ਨੂੰ ਜਾਣਨਾ। ਉਹਨਾਂ ਦੇ ਖਾਲੂ ਨੇ ਰਾਣਾ ਮੁਬਾਰਕ, ਉਹ ਪਹਿਲੇ ਪਤੋਕੀ ਦੇ ਵਿੱਚ ਹੈ ਤੇ ਫਿਰ ਇੱਥੇ ਲੰਡਨ ਆ ਗਏ, ਇੱਥੇ ਆ ਕੇ ਫੌਤ ਹੋ ਗਏ। ਉਹਨਾਂ ਨੇ ਕੁਝ ਕਿਤਾਬ ਲਿਖੀ, ਉਹਦੇ 'ਚ ਉਹਨਾਂ ਨੇ ਇਹੋ ਹੀ
ਰਿਸ਼ਤੇਦਾਰੀਆਂ ਦਾ ਜ਼ਿਕਰ ਕੀਤਾ। ਮੈਂ ਮਿਲਿਆ ਤੇ ਨਹੀਂ ਉਹਨਾਂ ਨੂੰ, ਲੇਕਿਨ ਉਹਨਾਂ ਦੀ ਕਿਤਾਬ ਦੇ ਹਵਾਲੇ ਨਾਲ ਮੈਂ ਜਾਣਨਾ ਉਹਨਾਂ ਨੂੰ। ਉਹ ਫਿਰ ਇਹਨਾਂ ਨੇ ਦੱਸਿਆ ਕਿ ਮੇਰੇ ਉਹ ਵੀ ਖਾਲੂ ਨੇ। ਤੇ ਇਹ ਕਿ ਉਹਨਾਂ ਕੋਲ ਥੋੜੀ ਜਿਹੀ ਨਾ ਉਹ ਇੰਟਰਵਿਊ ਵਾਲੀ ਗੱਲ ਵੀ ਪੁੱਛਣੀ ਹੈ। ਹਾਂ ਜਿਹੜਾ ਇਸਾਕ ਬੇਗ ਨਾਲ ਮਨਸੂਬ ਕਰਕੇ ਇੱਕ ਇੰਟਰਵਿਊ ਛਪਿਆ ਹੈ ਨਾ ਅਲ ਫਜ਼ਲ ਅਖਬਾਰ 'ਚ, ਜਾ ਉਹ ਇੰਟਰਵਿਊ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਹਦੇ 'ਚ ਕਾਫੀ ਐਗਜ਼ੈਜਰੇਸ਼ਨ ਕੀਤੀ ਗਈ ਹੈ। ਉਹਦੇ ਬਾਰੇ ਵੀ ਮੈਂ ਉਹਨਾਂ ਨੂੰ ਕੋਈ 2-4 ਗੱਲਾਂ ਪੁੱਛਣੀਆਂ। ਉਹ ਇੰਟਰਵਿਊ ਕਰਨ ਵਾਲੇ ਹਾਫਿਜ਼ ਜਮਾਲ ਅਹਿਮਦ ਸਾਹਿਬ ਨੇ ਗਾਲਬਨ, ਜਿਹੜੇ 1918 ਵਿੱਚ ਮਾਰੀਸ਼ਸ ਚਲੇ ਗਏ ਹਾਂਜੀ ਔਰ ਫਿਰ ਉੱਥੇ ਹੀ ਫੌਤ ਹੋਏ, ਉੱਥੇ ਹੀ ਦਫਨ ਹੋਏ ਨੇ। ਤੇ ਉਹਨਾਂ ਦੇ ਹੁਣ ਨਵਾਸੇ ਵਗੈਰਾ ਉੱਥੇ ਹੈ ਨੇ ਮਾਰੀਸ਼ਸ ਵਿੱਚ। ਉਹ ਪਿੰਡ ਦਾਦਨ ਖਾਨ ਦੇ, ਉਹਨਾਂ ਨੇ ਇੰਟਰਵਿਊ ਕੀਤਾ। ਉਹਦੇ 'ਚ ਤੁਸੀਂ ਵੇਖਿਆ ਕਿ ਗੜਬੜ ਹੋਈ ਹੈ ਗੱਲਾਂ 'ਚ? ਹਾਂ ਕੋਈ ਥੋੜਾ ਜਿਹਾ ਹੁਣ ਮੇਰੇ ਮੁਸਤਾਦਰ ਨਹੀਂ ਹੈ ਜ਼ਹਿਨ 'ਚ, ਲੇਕਿਨ ਉਹਦੀ ਬਿਹਤਰ ਤੋਂ ਹੀ ਇਹ ਲੱਗਦਾ ਹੈ। ਗੱਲ ਇਹ ਹੈ ਵੀ ਜੇ ਬੰਦਾ ਪ੍ਰੋਐਕਟਿਵ ਹੋਵੇ ਨਾ, ਮਿਰਜ਼ਾ ਇਸਾਕ ਬੇਗ ਕਿ ਖੁਦ ਉਹਨੂੰ ਅਹਿਮੀਅਤ ਸਮਝ ਆਈ ਹੈ, ਤੇ ਉਹਨੂੰ ਕਿਸੇ ਨੂੰ ਇੰਟਰਵਿਊ ਕਰਨ ਦੀ ਜ਼ਰੂਰਤ ਨਹੀਂ। ਉਹ ਖੁਦ ਸਟੇਜ 'ਤੇ ਆਵੇ, ਗੱਲ ਕਰੇ, ਜਾਂ ਕੋਈ ਕਿਤਾਬ ਲਿਖੇ ਜਾਂ ਖਤ ਲਿਖੇ, ਤੇ ਉਹਦਾ ਫਸਟ ਹੈਂਡ ਉਹਦੀ ਆਪਣਾ ਬਿਆਨ ਹੋਵੇ। ਜਿਹੜਾ ਕਿਸੇ ਨੂੰ ਤਿਆਰ ਕਰਕੇ ਦਰਮਿਆਨ ਵਿੱਚ ਪਾ ਕੇ ਉਹਨੂੰ ਮੈਨੀਪੂਲੇਟ ਕਰਨਾ ਨਾ, ਉਹਦੀ ਜ਼ਰੂਰਤ ਤਾਂ ਪੈਂਦੀ ਹੈ ਕਿ ਜਦੋਂ ਤੁਸੀਂ ਕੋਈ ਚੀਜ਼ਾਂ ਨੂੰ ਹਾਈਲਾਈਟ ਕਰਨਾ ਹੋਵੇ, ਵਰਨਾ ਉਹਦੀ ਤਰਫੋਂ ਆਉਣਾ ਚਾਹੀਦੀ ਗੱਲ। ਬਿਲਕੁਲ। ਤੋ ਉਹਦੀ ਸ਼ਖਸੀਅਤ ਖੁਦ ਉਹਦੇ ਜ਼ਰੀਏ ਜ਼ਾਹਿਰ ਨਹੀਂ ਹੋਈ। ਔਰ ਅੱਗੇ ਉਹਨਾਂ ਦੀ ਔਲਾਦ ਜਿਹੜੀ ਹੈ, ਉਹ ਵੀ ਉਹਨਾਂ ਨੂੰ ਮੈਂ ਪੁੱਛਿਆ ਵੀ ਉਹ ਕਿੱਥੇ ਨੇ। ਉਹ ਚੱਕ ਸ਼ਹਜ਼ਾਦ ਸਾਹੀਵਾਲ ਦੇ ਵਿੱਚ ਉਹਨਾਂ ਦੀ ਜ਼ਮੀਨਾਂ ਨੇ, ਲੇਕਿਨ ਉਹ ਸ਼ਿਫਟ ਹੋ ਗਏ ਨੇ ਲਾਹੌਰ। ਔਰ ਲਾਹੌਰ ਤੋਂ ਪਤਾ ਕਰਾਇਆ, ਉਹਨਾਂ ਦਾ ਕੋਈ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਗਏ ਨੇ। ਮਤਲਬ ਹੁਣ ਉਹਨਾਂ ਦਾ ਕੋਈ ਤਲਕ ਹੈ ਜਮਾਤ ਨਾਲ ਹੀ ਨਹੀਂ। ਜ਼ਮੀਨਾਂ ਦਾ ਕੀ ਆਖਿਆ ਜੇ? ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਚੱਕ ਸ਼ਹਜ਼ਾਦ ਮਿੰਟ ਗੁਮਰੀ ਦੇ ਵਿੱਚ ਨੇ, ਸਾਹੀਵਾਲ। ਅੱਛਾ। ਉੱਥੇ ਉਹ ਰਹੇ ਨੇ। ਮਮਦੀ ਬੇਗਮ ਵੀ ਉੱਥੇ ਰਹੀ ਉਹਨਾਂ ਕੋਲ। Yeah, and ਮਮਦੀ ਬੇਗਮ ਵੀ ਉੱਥੇ ਰਹੀ ਹੈ? ਹਾਂਜੀ। are those like contributions? ਇਹਨਾਂ ਦੀਆਂ ਕਬਰਾਂ ਫਿਰ ਲਾਹੌਰ ਕਿਸ ਤਰ੍ਹਾਂ ਬਣੀਆਂ ਨੇ ਮੀਆਂ ਬੀਵੀ Are what ਦੀਆਂ? I see as ਲਾਹੌਰ ਸ਼ਿਫਟ ਹੋ ਗਏ ਨਾ ਬਾਅਦ ਵਿੱਚ। So, again to our Rosetta Stone. ਮਤਲਬ ਦੋਏ ਚੀਜ਼ਾਂ ਹੁੰਦੀਆਂ ਨੇ, ਜ਼ਮੀਨਾਂ ਤੇ ਵੀ ਲੋਕ ਜਾਂਦੇ As ਰਹਿੰਦੇ a ਨੇ। truth seeker Making news. sure that we like can line up when we're talking from a Porsche Truth perspective. seeker mute ਕਰ ਲੈਣਾ ਯਾਰ। ਬਾਅਦ ਦਫਾ ਇੰਝ ਹੁੰਦਾ ਹੈ ਕਿ ਲੋਕ ਸ਼ਹਿਰ ਵਿੱਚ ਵੀ ਮਕਾਨ ਹੁੰਦੇ ਨੇ, ਤੇ ਪਿੰਡ ਦਾ ਡੇਰਾ ਜਿਹੜਾ ਉੱਥੇ ਵੀ ਜਾਂਦੇ ਆਉਂਦੇ ਰਹਿੰਦੇ ਨੇ। ਤੇ ਉਹ ਪੰਜਾਬ ਦੇ ਲੋਕ ਬੇਸ਼ਤਰ ਜਿਹੜੇ ਨੇ, ਉਹਨਾਂ ਦੀ ਸ਼ਹਿਰੀ ਜ਼ਿੰਦਗੀ ਜਿਹੜੀ ਹੈ ਉਹ ਲਾਹੌਰ ਜ਼ਿਆਦਾ ਵੱਡਾ ਮਰਕਜ਼ ਹੈ, ਉੱਥੇ ਲੋਕ ਜਾਂਦੇ ਰਹਿੰਦੇ। ਵੈਸੇ ਉਹਨਾਂ ਨੂੰ ਉਹ ਜਿਹੜਾ ਪਤੋ ਕੀ ਹੈ ਕਿਹੜੀ ਜਗ੍ਹਾ ਹੈ ਜਿੱਥੇ ਦੀਵਾਨ ਪੱਟੀ, ਉਹ ਲਾਹੌਰ ਲਾਹੌਰ ਦੇ ਕਰੀਬ ਹੈ ਨਾ ਬਿਲਕੁਲ। ਉਹ ਤੇ ਹੈ ਤੇ ਉਹ ਵੀ ਕਰੀਬ ਹੈ, ਪਰ ਉਹ ਇੰਨਾ ਕਰੀਬ ਨਹੀਂ ਕਿ ਤੁਹਾਡੀ ਕਬਰ ਲਾਹੌਰ ਬਣੇ, ਕਿਉਂਕਿ ਉਹ ਕਸੂਰ ਦੇ ਨਾਲ ਜਾ ਕੇ ਲੱਗਦਾ ਪਿਆ। ਹਾਂ ਨਹੀਂ, ਉਸ ਦੀ ਵਜ੍ਹਾ ਨਾਲ ਨਹੀਂ। ਉਹਦੀ ਵਜ੍ਹਾ ਇਹ ਹੈ ਕਿ ਲਾਹੌਰ ਵਿੱਚ ਉਹਨਾਂ ਨੇ ਰਿਹਾਇਸ਼ ਰੱਖ ਲਈ ਫਿਰ ਬਾਅਦ ਵਿੱਚ। ਹਾਂ ਬਸ ਉੱਥੇ ਉਹਨਾਂ ਕੋਈ ਰਿਹਾਇਸ਼ ਲਈ ਹੈ, ਮਕਾਨ ਲਿਆ ਜਾਂ ਜੋ ਵੀ ਕੋਠੀ ਛੱਟੀ ਬਣਾਈ ਹੈ। ਮਤਲਬ ਲਾਹੌਰ ਨਾਲ ਕੁਰਬਤ ਉਹਨਾਂ ਦੇ ਪੁਰਾਣੇ ਇਲਾਕਾ ਕਰੀਬ ਲੱਗਦਾ ਹੈ ਨਾ, ਤੇ ਉੱਥੋਂ ਫਿਰ ਲੋਕ ਸ਼ਹਿਰਾਂ 'ਚ ਜਾ ਕੇ ਕੋਈ ਮੁਲਾਜ਼ਮਤ ਦੇ ਸਿਲਸਿਲੇ ਚਲਾ ਗਿਆ, ਕੋਈ ਕਿਸੇ ਹਵਾਲੇ ਨਾਲ, ਫਿਰ ਉੱਥੇ ਮਕਾਨ ਬਣਾ ਲਿਆ। ਇਸ ਤਰ੍ਹਾਂ ਉਹਨਾਂ ਨੇ ਇੱਕ ਮਿਰਜ਼ਾ ਤਾਹਿਰ ਅਹਿਮਦ ਸਾਹਿਬ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਕਿ ਉਹਨਾਂ ਨੇ ਆਪਣੇ ਬੱਚੀ ਜਾਂ ਬੱਚੇ ਦੀ ਕਿਸੇ ਦੀ ਸ਼ਾਦੀ ਕੀਤੀ, ਤੇ ਉਹਦੇ ਤੇ ਉਹਨਾਂ ਨੇ ਖਾਣਾ ਪਕਵਾਇਆ, ਤੇ ਲੋਕਾਂ ਨੇ ਖਾਣਾ ਨਹੀਂ ਖਾਧਾ, ਤੇ ਫਿਰ ਤੇ ਗਾਂ ਉਲਟਾਣੀਆਂ ਪਈਆਂ। ਇਹ ਵੀ ਥੋੜਾ ਜਿਹਾ ਮੁਬਾਲਗਾ ਲੱਗਦਾ, ਕਿਉਂਕਿ ਗੱਲ ਇਹ ਹੈ ਵੀ ਜੇ ਤੁਹਾਨੂੰ ਪਤਾ ਹੀ ਹੁੰਦਾ ਵੀ ਫਲਾਣੇ ਨੇ ਆਉਣਾ ਸ਼ਾਦੀ ਤੇ, ਆਏ ਲੋਕ ਮੇਲ ਆਏ ਹੁੰਦੇ ਨੇ, ਬੈਠੇ ਹੁੰਦੇ ਨੇ। ਇਹ ਤਾਂ ਨਹੀਂ ਉਹ ਸਾਰੇ ਆਏ ਕਹਿਣ ਅਸੀਂ ਖਾਣਾ ਨਹੀਂ ਖਾਣਾ, ਅਸੀਂ ਆਏ ਤੇ ਆਏ ਹਾਂ ਪਰ ਖਾਣਾ ਨਹੀਂ ਖਾਣਾ। ਇਹ ਥੋੜਾ ਜਿਹਾ ਮੁਬਾਲਗਾ ਉਹਦੇ 'ਚ। ਆ ਥੋੜੀ ਬਹੁਤ ਮਿਸ ਜਜਮੈਂਟ ਤੇ ਹੋ ਸਕਦੀ ਹੈ, ਲੇਕਿਨ ਦੇਗਾਂ ਦੇ ਹਿਸਾਬ ਤੇ ਹੋਣੀ ਜ਼ਰਾ ਮੁਸ਼ਕਲ ਹੈ ਕਿ ਬਈ ਸਾਰੀ ਬਰਾਤ ਜਿਹੜੀ ਉਹ ਖਾਣਾ ਨਾ ਖਾਏ ਤੇ ਸਾਰੀਆਂ ਦੇਗਾਂ ਉਲਟੀਆਂ। ਜਾ ਇਹ ਗੱਲ ਹੈ। ਇੱਕ ਦੋ ਹੋ ਸਕਦਾ ਹੈ ਕਿ ਬਈ ਬਰਾਦਰੀ ਦੇ ਬੰਦੇ ਅਗਰ ਫਰਜ਼ ਕਰੋ ਕੁਝ
50 ਘਰ ਨਹੀਂ ਆਏ ਤੇ ਤੁਹਾਡੀਆਂ 2-3 ਦੇਗਾਂ ਵੱਧ ਗਈਆਂ ਨੇ ਤੇ ਤੁਸੀਂ ਉਹ ਕਿਸੇ ਨੂੰ ਦੇ ਦਿਓ ਜਾਂ ਵੰਡ ਦਿਓ ਜਾਂ ਜਾ ਇੰਨੀ ਕੁ ਗੱਲ ਨਾ। ਹਾਂ 100% ਉਹਦੇ 'ਚ ਨਹੀਂ ਹੋ ਸਕਦਾ। ਅੱਛਾ, ਇਸੇ ਤਰ੍ਹਾਂ ਨਾ ਇੱਕ ਸ਼ੇਖ ਬਟਾਲਵੀ ਦਾ ਨਵਾਸਾ ਵੀ ਇਹਨਾਂ ਨੇ ਪੇਸ਼ ਕੀਤਾ ਸੀ, ਪਤਾ ਜੇ ਉਹ ਵੀ ਵੇਖੀ ਜੇ ਵੀਡੀਓ? ਜਾ ਉਹਦਾ ਨਾਂ ਸਈਦ ਆ, ਅਬੂ ਸਈਦ। ਉਹ ਦੋ ਸ਼ੇਖ ਸਈਦ। ਜਗ੍ਹਾ ਸ਼ੇਖ ਸਈਦ ਉਹ ਦੋ ਜਗ੍ਹਾ ਕਾਸਟ ਹੋਇਆ। ਇੱਕ ਵਾਰੀ ਉਹਨੇ 1991 ਦੇ ਵਿੱਚ ਲੰਡਨ ਦੇ ਜਲਸੇ ਦੇ ਉੱਤੇ ਬਿਆਨ ਦਿੱਤਾ ਹੈ। ਦੂਸਰੀ ਵਾਰੀ ਉਹਨੇ 1991 ਦੇ ਕਾਦੀਆਨ ਦੇ ਜਲਸੇ ਦੇ ਵਿੱਚ ਖਿਤਾਬ ਕੀਤਾ ਹੈ ਔਰ ਉਹਦੀ ਫਿਰ ਕੇਸਟ ਵੀ ਚਲਦੀ ਰਹੀ ਹੈ। ਉਹਨਾਂ ਕਿਹਾ ਕਿ ਉਹ ਮੇਰੇ ਨਾਨਾ ਜਾਨ ਹੈ ਔਰ ਮੇਰੀ ਵਾਲਦਾ ਦਾ ਨਾਂ ਅਮਤਰ ਰਊਫ ਹੈ ਔਰ ਉਹ ਇੱਥੇ ਲਾਲਪੁਰ ਦੇ 'ਚ ਉਹਨਾਂ ਨੂੰ ਕੋਈ 2 ਮਰਬੇ ਜ਼ਮੀਨ ਮਿਲੀ ਤੇ ਉੱਥੇ ਅਸੀਂ ਆਬਾਦ ਹੈ। ਇਸ ਤਰ੍ਹਾਂ ਉਹਨਾਂ ਦੇ ਬੇਟਿਆਂ ਦਾ ਕੋਈ ਜ਼ਿਕਰ ਕੀਤਾ ਕਰਾਚੀ ਦੇ ਵਿੱਚ ਕਿ ਉਹ ਜਿਹੜੇ ਉਹ ਪੁਲਿਸ ਨੂੰ ਮਤਲੂਬ ਹੈ, ਉਹਨਾਂ ਦਾ ਇੱਕ ਕਿਸਮ ਦਾ ਕਿਰਦਾਰ ਖੁਸ਼ੀ ਦੀ ਤਰ੍ਹਾਂ ਦੀ ਗੱਲ ਹੈ। ਉਹ ਕੋਈ ਜੀ ਨਾ ਉਹ ਪੇਸ਼ ਹੋਏ ਬਿਲਕੁਲ ਅਬੂ ਸਈਦ। ਮੈਂ ਦੇਖਿਆ ਉਹਨਾਂ ਦੀ ਵੀਡੀਓ ਹੈ, ਮਤਲਬ ਉਹ ਜਿਹੜਾ ਪੇਸ਼ ਹੋਏ ਉਹ ਕਿਧਰੇ ਜਾਂ ਤੇ ਟੈਲੀਵਿਜ਼ਨ ਤੇ ਆਇਆ ਹੈ ਜਾਂ ਕਿਸ ਤਰ੍ਹਾਂ ਆਇਆ, ਮੈਂ ਕਿਧਰੇ ਦੇਖਿਆ ਉਹਨਾਂ ਦੀ ਫੋਟੋ। ਉਹ WhatsApp ਤੇ ਵੀਡੀਓ ਚਲਾਉਂਦੇ ਸਨ ਨਾ ਲਿਆ ਕੇ ਉਹਨਾਂ ਦੀ ਅੱਛਾ ਗਰੁੱਪਾਂ 'ਚ, ਅੱਛਾ ਉੱਥੇ ਦੇਖੀਏ ਵੀਡੀਓ। ਹਾਂ ਠੀਕ ਬਿਲਕੁਲ। ਤੇ ਮੇਰਾ ਖਿਆਲ ਹੈ ਕਿ ਜਿਹੜੀ ਰਸਾਲਾ ਸ਼ਾਹ ਸੁੰਨਾ ਦੀ ਜਿਲਦ 22 ਹੈ ਨਾ, ਜਾਂ ਉਹਦੇ 'ਚ ਸ਼ੇਖ ਬਟਾਲਵੀ ਨੇ ਆਪਣੇ ਸਾਰੇ ਬੱਚਿਆਂ ਦੇ ਨਾਂ ਲਿਖੇ ਨੇ। ਠੀਕ। ਉਹਨਾਂ 'ਚ ਅਮਤਰ ਰਊਫ ਨਾਂ ਦੀ ਕੋਈ ਬੇਟੀ ਉਹਨਾਂ ਦੀ ਆਈ ਨਹੀਂ। ਇਹ ਗੱਲਾਂ ਟਕਰਾਉਂਦੀਆਂ ਨੇ ਆਪਸ ਵਿੱਚ ਬੜੀਆਂ। ਫਿਰ ਮੈਂ ਡਾਕਟਰ ਬਹਾਉਦੀਨ ਨੂੰ ਵੀ ਪੁੱਛਿਆ, ਇਹਨਾਂ ਨਾਲ ਵੀ ਉਹਨਾਂ ਦਾ ਰਾਬਤਾ ਹੈ ਸੀ, ਹਾਂ ਉਹਨਾਂ ਦੇ ਕੋਈ ਰਿਸ਼ਤੇਦਾਰਾਂ ਦਾ। ਇਹਨਾਂ ਵੀ ਮੈਨੂੰ ਆਖਿਆ ਕਿ ਨਹੀਂ ਅਸਲ ਰਾਣਾ ਸਾਹਿਬ ਕਹਿੰਦੇ ਕਿ ਉਹਨਾਂ ਦੇ ਨਾਲ ਤੁਹਾਡਾ ਉਹਨਾਂ ਨੇ ਟੈਲੀਫੋਨ ਤੇ ਰਾਬਤਾ ਕਰਾਇਆ ਆ, ਰਾਣਾ ਜ਼ਾਇਦ ਉਹ ਜਿਹਦੇ ਨਾਲ ਮੇਰਾ ਰਾਬਤਾ ਕਰਾਇਆ ਨਾ, ਹਾਂਜੀ ਹਾਂਜੀ, ਸ਼ੇਖ ਸਈਦ ਦਾ ਉਹ ਦਮਾਦ ਦੱਸਦੇ ਸਨ ਆਪਣੇ ਆਪ ਨੂੰ। ਰਾਣਾ ਸਾਹਿਬ ਮੈਨੂੰ ਕਿਹਾ ਕਿ ਉਹਨਾਂ ਦੇ ਦਮਾਦ ਨੇ। ਇਹ ਉਦੋਂ ਫੌਤ ਹੋ ਗਏ ਜਦੋਂ ਮੇਰੀ ਗੱਲ ਹੋਈ ਹੈ ਨਾ, ਮੇਰੇ ਹਾਲੇ 5 ਸਾਲ ਹੋ ਗਏ ਉਹਨਾਂ ਨੇ ਇਸ ਗੱਲ, 2020 ਦੇ ਲਗਭਗ ਹੋਈ। ਉਦੋਂ ਇਹ ਸ਼ੇਖ ਸਈਦ ਸਾਹਿਬ ਫੌਤ ਹੋ ਗਏ ਸੀ। ਉਹਨਾਂ ਦੇ ਦਮਾਦ ਨਾਲ ਮੈਂ ਗੱਲ ਕੀਤੀ ਸੀ ਤੇ ਬੜਾ ਮੈਂ ਉਹਨਾਂ ਨੂੰ ਪੁੱਛਿਆ ਸੀ ਵੀ ਉਹ ਦੂਜੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ, ਉਹਨਾਂ 'ਚੋਂ ਕਿਸੇ ਦਾ ਕੋਈ ਕੰਟੈਕਟ ਨੰਬਰ ਦੇ ਦਿਓ ਜਾਂ ਐਡਰੈਸ ਦੇ ਦਿਓ, ਲੇਕਿਨ ਉਹਨਾਂ ਨੇ ਨਹੀਂ ਦਿੱਤਾ। ਫਿਰ ਮੈਂ ਇੱਕ ਆਪਣੇ ਸਾਡੇ ਉਹ ਬੈਦੁੱਲਾ ਭਾਈ ਨੇ ਉਹਨਾਂ ਦੀ ਡਿਊਟੀ ਲਾਈ ਸੀ, ਉਹ ਜੜ੍ਹਾਂ ਵਾਲੇ ਦੇ ਨਾਲ ਕਿ ਇਹਨਾਂ ਦੀਆਂ ਜ਼ਮੀਨਾਂ ਐਸਨ, ਇੱਥੇ ਇਹਨਾਂ ਨੂੰ ਜ਼ਮੀਨਾਂ ਮਿਲੀਆਂ ਸਨ। ਬਸ ਹਰ ਬੰਦੇ ਨੂੰ ਆਪਣੀ ਮਸਰੂਫੀਅਤ ਹੈ, ਮੈਂ ਵੀ ਬਾਹਰ ਦੇ ਮੁਲਕ ਹਾਂ, ਲੇਕਿਨ ਇਹ ਕਈ ਚੀਜ਼ਾਂ ਨੇ ਜਿਹੜੀਆਂ ਸ਼ਾਇਦ ਸਾਡੇ ਨਾਲ ਹੀ ਨਾ ਖਤਮ ਹੋ ਜਾਣ, ਇਹ ਲੋਕਾਂ ਤੱਕ ਜਾਣੀਆਂ ਚਾਹੀਦੀਆਂ ਨੇ। ਮੈਂ ਤਾਂ ਆਖਿਆ ਵੀ ਉਹ ਕੈਸਰ ਸਾਹਿਬ ਨਾਲ ਵੀ ਗੱਲ ਕਰਾ ਦਿਓ, ਉਹਨਾਂ ਨੂੰ ਰਿਕਾਰਡ ਦਾ ਹਿੱਸਾ ਬਣਾ ਲਈਏ। ਇਹ ਵੀ ਜਿਹੜੇ ਨੇ ਜੜ੍ਹਾਂ ਵਾਲੀ ਵੀ ਗੱਲ, ਉਹ ਵੀ ਉਬੈਦੁੱਲਾ ਭਾਈ ਦੀ ਡਿਊਟੀ ਲਾਈ ਸੀ, ਲੇਕਿਨ ਉਹਦੇ ਤੇ ਅਮਲ ਨਹੀਂ ਹੋ ਸਕਿਆ। ਕਿ ਆਪ ਅੱਲਾ ਤੌਫੀਕ ਦੇਗਾ ਤੇ ਸ਼ਾਇਦ ਪਾਕਿਸਤਾਨ ਜਾਣਾ। ਹਾਂਜੀ ਮੈਂ ਕਿਹਾ ਵੀ ਉਹ ਕਈ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਵਕਤ ਦੇ ਨਾਲ ਨਾਲ ਨਾ ਜਾਂ ਉਹ ਯਾਨੀ ਉਹਨਾਂ ਦਾ ਰਿਕਾਰਡ ਜ਼ਾਇਆ ਹੋਣ ਦਾ ਡਰ ਹੁੰਦਾ ਹੈ। ਜਾਂ ਉਹਨਾਂ ਨੂੰ ਰਿਕਾਰਡ ਦਾ ਹਿੱਸਾ ਬਣਾ ਦੇਣਾ ਚਾਹੀਦਾ। ਬਿਲਕੁਲ ਬਿਲਕੁਲ ਬਿਲਕੁਲ। ਇਸ ਲਈ ਉਹ ਕੈਸਰ ਸਾਹਿਬ ਨਾਲ ਕਿਹੜਾ ਗੱਲਬਾਤ ਇਹ ਹਰ ਪਾਸੇ ਇੰਝ ਹੀ ਹੁੰਦਾ ਹੈ ਵੀ ਜਿਤਨੀ ਦੇਰ ਤੱਕ ਆਦਮੀ ਜ਼ਿੰਦਾ ਹੁੰਦਾ ਹੈ ਤੇ ਉਹ ਸਮਝਦਾ ਠੀਕ ਹੈ ਮੈਨੂੰ ਪਤਾ ਹੈ, ਲੇਕਿਨ ਮੌਤ ਇਤਨੀ ਜਲਦੀ ਇਨਸਾਨ ਨੂੰ ਘੇਰਦੀ ਹੈ ਔਰ ਬਾਅਦ ਗੱਲਾਂ ਦਾ ਖਿਆਲ ਆਉਂਦਾ ਯਾਰ ਫਲਾਣੇ ਕੋਲੋਂ ਪੁੱਛਣੀ ਹੈ ਗੱਲ ਤੇ ਪਤਾ ਲੱਗਾ ਉਹ ਫੌਤ ਹੋ ਗਿਆ, ਉਹ ਗੱਲ ਉਹਦੇ ਨਾਲ ਹੀ ਫਿੱਟ ਜਾਂਦੀ। ਇਹ ਗੱਲ ਬਿਲਕੁਲ ਠੀਕ ਹੈ, ਉਹਨੂੰ ਤਾਰੀਖ ਦਾ ਹਿੱਸਾ ਬਣਾ ਲੈਣਾ ਹੀ ਬਿਹਤਰ ਹੈ। ਫਿਰ ਉਹ ਜਦੋਂ ਆਪਣਾ ਰਿਕਾਰਡ ਮਿਟ ਜੇ ਫਿਰ ਲਾ ਮਹਲਾ ਦੂਜੇ ਤੇ ਰਿਕਾਰਡ ਤੇ ਤਬਾਰ ਕਰਨਾ ਪੈਂਦਾ ਵੀ ਜੋ ਕੋਈ ਹੈ ਉਹ ਕੋਈ ਹੈ।
ਇਹ ਜਿਸ ਤਰ੍ਹਾਂ ਵੀ ਆਂਦੇ ਚਸ਼ਮਾ ਨੂਰ ਇੱਕ ਅਖਬਾਰ ਹੈ ਤੇ ਉਹਦੇ ਚ ਖਤ ਲਿਖਿਆ ਅਹਿਮਦ ਬੇਗ ਦਾ। ਹਾਂ ਚਸ਼ਮਾ ਨੂਰ ਛਾਪਾ ਖਾਨਾ ਹੈ, ਪ੍ਰੈਸ ਹੈ। ਹਾਂ ਔਰ ਰਾਣਾ ਸਾਹਿਬ ਵੀ ਤੇ ਆਪਣੀ ਵੀਡੀਓ ਚਾਹੁੰਦੇ ਵੀ ਅਖਬਾਰ ਹੈ ਨੂਰ। ਹਾਂ ਮੈਂ ਕਿਹਾ ਵੀ ਨਾ ਇਹਨਾਂ ਨੂੰ ਪਤਾ ਹੈ ਤੇ ਨਾ ਕਾਸ਼ਰ ਸਾਹਿਬ ਨੂੰ ਪਤਾ ਹੈ। ਨਹੀਂ ਉਹਨਾਂ ਤੇ ਬੜਾ ਨੇਰ ਪਾਇਆ ਜਿਹੜਾ ਰਾਣਾ ਸਾਹਿਬ ਨੇ ਕੀਤਾ ਨਾ ਕੰਮ। ਉਹਦਾ ਨਾਂ ਉਹ ਤਾਕੀਕ ਰੱਖਦੇ ਨੇ। ਉਹਨਾਂ ਨੇ ਇੱਕ ਦਫਾ ਇੱਕ ਗੱਲ ਬਿਆਨ ਕੀਤੀ, ਉਹ ਤੇ ਬੜੀ ਹੈਰਾਨ ਕੁਨ ਨਹੀਂ। ਉਹ ਕਹਿਣ ਲੱਗੇ ਕਿ ਮਿਰਜ਼ਾ ਸਾਹਿਬ ਦੀ ਪੈਦਾਇਸ਼ ਦੇ ਉੱਤੇ ਉਹਨਾਂ ਤਾਕੀਕ ਕਰਕੇ ਆਪਣੀ ਇੱਕ ਵੀਡੀਓ ਬਣਾਈ ਹੈ ਤੇ ਉਹ ਉਹਨੂੰ ਖੁਦ ਦੇਖ ਰਹੇ ਨੇ, ਉਹਨਾਂ ਨੂੰ ਬੜੀ ਮਦਦ ਮਿਲ ਰਹੀ ਹੈ ਆਪਣੀ ਬਣਾਈ ਹੋਈ ਵੀਡੀਓ। ਮਤਲਬ ਕੁਛ ਨਹੀਂ ਸਮਝਿਆ ਖੁਦਾ ਕਰੇ ਕੋਈ ਨਵੀਂ ਤਹਿਕੀਕ ਦੇ ਮੁਤਾਬਕ ਉਹਨਾਂ ਦੀ ਪੈਦਾਇਸ਼ 1830 ਤੋਂ ਪਹਿਲੇ ਦੀ ਸਾਬਤ ਹੋ ਰਹੀ ਹੈ। ਹਾਂ ਜੀ, ਹੁਣ ਹੋ ਜਾਏਗੀ ਇਨਸ਼ਾਅੱਲਾ। ਜਿਹੜੀ ਨਵੀਂ ਤਹਿਕੀਕ ਹੋ ਰਹੀ ਹੈ ਨਾ ਉਹਦੇ ਚ 1830 ਜਾਂ 30 ਤੇ ਚਲੀ ਜਾਏਗੀ। ਤੇ ਮਜ਼ਾ ਆਵੇ ਜੇ ਵਫਾਤ ਵੀ ਜਿਹੜੀ ਹੈ ਨਾ 1908 ਤੋਂ ਬਾਅਦ ਦੀ ਹੋਵੇ, 1910-11 ਦੀ ਹੋ ਜਾਏ, ਕਰ ਲਓ ਜੋ ਕਰਨਾ ਫਿਰ ਹੈ। ਉਹ ਨਹੀਂ ਹੋ ਸਕਦੀ, ਉਹ ਮੁਸ਼ਕਿਲ ਹੈ। ਮੁਸ਼ਕਿਲ ਹੈ, ਨਾमुमकिन ਤੇ ਨਹੀਂ ਹੈ। ਵੈਸੇ ਉਹ ਜਿਹੜੀ ਤਰੀਕ ਪੈਦਾਇਸ਼ ਦੇ ਬਾਰੇ ਪਿਆਂਦੇ ਹੋ, ਕੋਈ ਤਹਿਕੀਕ ਉਹਨੇ ਪੇਸ਼ ਕੀਤੀ, ਉਹਦਾ ਖੁਲਾਸਾ ਕੀ ਹੈ? ਮੇਰੇ ਜ਼ਿਹਨ ਚ ਨਹੀਂ ਹੈ ਗੱਲ, ਕੋਈ ਉਹਨਾਂ ਨੇ ਜਾਂ ਵੇਖੀ ਮੈਂ ਤਾਂ ਭੁੱਲ ਗਿਆ। मेरी आवाज आ रही है सैनी साहब? थोड़ी आ रही है, बिल्कुल आ रही है। अच्छा नहीं फिर सैनी साहब की कोई कॉल आ गई होनी। हाँ देखो जी मोहम्मदी बेगम वाली उन्होंने वीडियो बनाई है ना, ਉਹਦੇ ਚ ਵਾਕਈ ਬੜਾ ਹੀ ਨੇਰ ਪਾਇਆ ਨੇ, कोई बंदा ही नहीं है। ਤੁਹਾਡੀ ਵੀਡੀਓ ਬੜੇ ਮਜ਼ੇ ਦੀ ਹੈ, ਮੈਂ 2-3 ਦਫਾ ਸੁਣੀ ਹੈ, ਬਹੁਤ ਖੂਬਸੂਰਤ ਬਣਾਈ ਹੈ ਤੁਸੀਂ। ਬਸ ਉਹਨੂੰ ਰੀਪੋਸਟ ਕਰੋ, ਸ਼ੇਅਰ ਕਰੋ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਓ। ਇਹ ਤਾਹਿਰ ਅਮਜਦ ਸਾਹਿਬ ਨੂੰ ਵੀ ਸ਼ੇਅਰ ਕੀਤਾ ਹੈ ਮੈਂ। ਇਹਨਾਂ ਨੂੰ ਤਾਂ ਖੈਰ ਨਹੀਂ ਉਹ ਪसंद आवन लगी, लेकिन है कि मुस्लिम भाई वो आमिर भाई की प्रोफाइल के ऊपर आप जाएं, वहाँ पे वीडियो लगी हुई है, वो जो खुरम राणा सानी भाई मौजूद कोई नहीं है। ਉਹਨਾਂ ਦੀ ਕਾਲ ਆ ਗਈ ਮੇਰੇ ਕੋਲ। बस एक इन्हां दी बड़ी लड़ाई हुई है, आमिर भाई बड़ी गाल कड्डी एक दूए नूं ਕਿਹਦੀ ਇਹ ਸਾਰੇ ਜਿਹੜੇ ਗਰੁੱਪ ਹੈ ਇਹਨਾਂ ਦਾ, ਉਹ ਜੱਟ ਤੇ ਗਜਨੀ ਤੇ ਜੱਟ ਲਾਲਪੁਰੀਆ। ਸੁਬਹ ਮੈਂ ਦੇਖੀ ਖੁਦ ਦੇ ਘੰਟੇ ਦੀ ਵੀਡੀਓ, ਪਤਾ ਨਹੀਂ ਬਾਬਰ ਭਾਈ ਜਾਂ ਤੁਸੀਂ ਕਰ ਲਈ ਕਿਸੇ ਨੇ। ਮੈਂ ਦੇਖੀ ਸੀ ਰਿਕਾਰਡਿੰਗ, ਤੁਹਾਨੂੰ ਉਹਨੇ ਆਪਸ ਵਿੱਚ ਮਾਂ ਭੈਣ ਦੀਆਂ ਗਾਲਾਂ ਇੱਕ ਦੂਏ ਨੂੰ ਕੱਢੀਆਂ ਤੇ ਲੜਾਈ ਹੋਈ ਹੈ। ਉਹ ਵਿਚਾਰੇ ਜਿਹੜੇ ਨੇ नहीं है कि अब ਜੀ इल्जाम ਜੀ ਭਾਈ ਝੂਠੇ ਇਲਜ਼ਾਮ ਨਾ ਲਾਓ, ਝੂਠੇ ਇਲਜ਼ਾਮ ਨਾ ਲਾਓ, ਝੂਠੇ ਇਲਜ਼ਾਮ ਨਾ ਲਾਓ। वो ਮਲਕ लोग ਸਾਹਿਬ होंगे जिनके ਜਿਹੜੀ आप ਗੱਲ इल्जाम लगा रहे हैं उनसे डायरेक्ट बात कर लें, लेकिन पीठ पीछे बस यही बातें उछालते कंस्ट्रक्टिव तरीका ਅੱਛਾ ਚਲੋ ਠੀਕ ਹੈ। ਮੈਂ ਕਿਹਾ ਉਹ ਖੁਰਮ ਰਾਣਾ ਸਾਹਿਬ ਦੀ ਵੀਡੀਓ ਦੀ ਗੱਲ ਕਰ ਲਈਏ, ਤੁਸੀਂ ਕਿਸ ਸਾਹਿਬ ਤੋਂ ਇਜਾਜ਼ਤ ਦਿਓ, ਕਿਉਂ ਵੀ ਜਾਣਗੇ ਪਲੇ ਕਰਕੇ ਸੁਣਾ ਲਈਏ ਲੋਕਾਂ। ਸੈਣੀ ਸਾਹਿਬ ਆਮਦੇ ਨੇ ਤੇ ਉਹਨਾਂ ਨੂੰ ਕਹਿੰਦੇ ਉਹ ਵੀਡੀਓ ਪਲੇ ਕਰਕੇ ਸੁਣਾਓ ਕੀ ਉਹਨਾਂ ਨੇ। खुरम साहब को इनवाइट करें, उनके साथ बात कर लें। ਮੈਂ ਉਹਨਾਂ ਨੂੰ ਕਿੱਥੋਂ ਐਡ ਕਰਾਂ? ਮੈਂ ਤੇ ਸੈਣੀ ਸਾਹਿਬ ਦੀ ਗੱਲ ਸੁਣ ਕੇ ਮੈਂ ਕਹਿ ਰਿਹਾ ਕਿ ਅਗਰ ਉਹਨਾਂ ਦੀ ਵੀਡੀਓ ਪਲੇ ਕਰਕੇ ਸੁਣਾਉਣਾ ਚਾਹੋ ਤੇ ਸੁਣਾਓ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿੰਨੀ ਇਲਮੀ ਗੁਫ਼ਤਗੂ ਉਹਨਾਂ ਨੇ ਸੁਣਾਈ ਹੈ, ਕਿੰਨੀ ਤਹਿਕੀਕ ਪੇਸ਼ ਕੀਤੀ ਹੈ। जो आप सफिया साहिबा के ब्रॉड पे जो गालियां लगा रहे थे और इल्जामबाजी कर रहे थे, वो इधर आपको 5-10 मिनट देते हैं, आप वो अगर वो इतनी फिया बात की
जो आप सफ़िया साहिबा की ब्रॉड पे आप कर रहे थे हमारे अगेंस्ट इल्ज़ाम बाजी हमारे पे तमाम जमात पे इल्ज़ाम बाजी कर रहे थे, वो आप खुल के करें। इधर 10-15 मिनट आपको दिए जाते हैं, आप करें। सुने मैं शुरू करता आपके हूँ। हिसाब से वो कर सकते हैं जो सुने फिर जो गाली भर तू के हमारे देगा, लिए बातें करें और गालियां दें खुल के। हाँ वही करने लगा ना, म्यूट करें। जो गाली तू देगा वही मुझसे सुनेगा। रूहानी खजाइन जिल्द 12 सफ़ा 231। इन्नमा नरुद्दु सब्बस्साबीना अला वुजूहिहिम। वाह जी वाह। मैं गालियां देने वालों की गालियां उनके मुंह की तरफ फेंकता हूँ, लौटाता हूँ। रूहानी खजाइन जिल्द नंबर मैं ਉੱਥੇ ਜੀ ਗੱਲਾਂ ਕਰਕੇ ਆਇਆ ਤੇ ਜੋ ਸਿੱਖ ਸਾਹਿਬ ਕਹਿੰਦੇ ਨੇ ਉਹ ਇੱਥੇ ਗੱਲਾਂ ਦੁਹਰਾ ਦਿਓ, ਇਹ ਕਲਾਮ ਦੁਹਰਾ ਦਿਓ। ਬਹੁਤ ਹੀ ਹਕੀਕਤ ਅਫਰੋਜ਼ ਗੱਲ ਤੁਸੀਂ ਜਿਹੜੀ ਕੀਤੀ ਹੈ। नहीं, जो बात कही है वो बड़ी खूबसूरत बात है, वो रूहानी खजान में ही है, लिखी हुई है और बहुत अच्छी बात है, उसमें कोई बुराई वाली बात तो नहीं है जी। तो फेंकने चाहिए, ये बात अच्छी, पता नहीं क्यों आ रहा है। नेटवर्क इशू है, क्या है ये? कोई नेटवर्क का होगा आपका। हाँ जी। तो मैं ये कह जी, तो मैं ये कह रहा था कि जो सफ़िया साहिबा की ब्रॉड पे जो इतने फखरिया तौर पे ये बातें कर रहे थे और कह रहे थे कि मैं कोई अहमदी 20 मिनट तक नहीं कर सकता, मिनट तक हम पे इल्ज़ामबाजी, हम पे गालियां, पूरी कम्युनिटी पे इल्ज़ामबाजी और गालियां दे रहे थे। तो वो फखरिया तौर पे अगर इतनी फखरिया बात थी तो वो इधर 20 मिनट इनके पास हैं, वो बोल ठीक है। और मैं तो बहरहाल इनको कह रहा था कि ये इनके बोलने से गालीबाज हैं, जो इनके फॉलोअर्स हैं वो तो इन पे फूल ही फेंकेंगे, क्योंकि गालीबाज जो लोग हैं वो गालियां तो सुनना चाहेंगे, वो गालियां देना चाहेंगे, तो उसमें खुश नहीं होंगे। जो बात इन्होंने कही कह दी है उन्होंने बात, अगर कोई रह गई है तो आप बयान करें फलां बात थी, वो क्या थी। हुसैनी साहब जी। मेरी बात खत्म नहीं हुई अभी। जो मोतबर लोग हैं, अफजल बराइद साहब जैसे लोग हैं, वो फिर इनकी बातें सुन के तो इनकी नजर आएगा उन्हें कि ये तो देखिए इंसान है, लोग जो है कितने गलीबाज और किस किस्म के झूठ मानते हैं अहादीस पे, ठीक है। तो वो मोतबर आवाज कट रही है भाई, थोड़ा आप नीचे उतर के दोबारा ऊपर आओ। आपकी आवाज जो है ना वो कह रहा हूँ ये बोले हमारे अगेंस्ट। अच्छा, अगर आप ये कहते हैं कि वो 20 मिनट 20-25 मिनट कहते हैं वहां मैं बोला हूं, अगर चाहते हैं कि मैं 20-25 मिनट बोलूं तो आप वादा कर लें कि आप बीच में नहीं बोलेंगे, मैं यहाँ बोल देता हूँ 20-25 मिनट, मुझे क्या परवाह है भाई। हाथ कंगन को आरसी क्या, पढ़े लिखे को फारसी क्या, लेकिन ये वादा होना चाहिए कि बीच में किसी ने फिर मुझे टोकना नहीं है। बोल देता हूँ 20-25 नहीं, गाली वगैरह देंगे तो हम आपको बताएंगे, लेकिन बोले बाहर बोले लोग हैं आपकी साइड से, उनके साथ आपकी असलियत खुलेगी। शुरू करें। अच्छा, बात आपकी हो गई है ना, अब तो मुकम्मल हुई या नहीं हुई? बात मुकम्मल हो गई है। आपका कनेक्शन बहुत ही कोई लूज है, जिससे कोई बात आ जा नहीं रही। मेरी आवाज आ रही है? सोनी साहब लाउड एंड क्लियर आपकी आवाज आ रही है। मैं ये कह रहा हूँ इनसे आगाज करवाएं साहब, ये 20 मिनट है, शुरू हो जाएं ताकि असलियत पता चले लोगों के सामने। आपकी बात मुकम्मल हो गई है। आपकी बात मुकम्मल हो गई है। ये है ना मसला राब्ते का कि आप तक बात पहुंच नहीं रही, या पहुंच रही है तो आपकी हमारी तरफ नहीं पहुंच रही। आपकी बात मैं ये मुकम्मल कह हो रहा हूँ गई बस है। आप 20 मिनट है आपके पास।
آپ ہاں جی اچھا اگر آپ کی بات مکمل ہو گئی ہے تو بات یہ ہے کہ انہوں نے بات کر دی ہے، کوئی ضروری نہیں ہوتا کہ خام خواہی انسان 20 منٹ یا آدھا گھنٹہ تک بولتا رہے۔ اگر آپ سمجھتے ہیں کہ انہوں نے اس کے علاوہ کوئی ایسی بات کہی تھی جو اس وقت نہیں کہہ رہے تو وہ آپ اسے ہائی لائٹ کر دیں کہ یہ بات ہے جو آپ نے وہاں تو کہی تھی یہاں نہیں کہہ رہے، وہ بات آپ بیان کر دیں۔ اور کیوں کہ اس کے اوپر کہ کوئی بات کہنے کا مقصد یہی ہے کہ آپ کا بیسیکلی کوئی سوال ہے کہ یہ بات آپ نے کیوں کہی ہے، اس کا جواب دیں، یہ ہونا چاہیے۔ یہ سمپل یہ کہنا کہ آپ 20 منٹ تک بولتے رہیں، یہ کوئی ایسی عقل مندی کی اور کوئی مثبت بات نہیں ہے جس سے کوئی فائدہ اٹھایا جا سکے۔ بات کیا ہے، سوال کیا ہے، اعتراض کیا ہے آپ کو ان کے خلاف، وہ بات کریں۔ میں صرف یہ کہہ رہا ہوں کہ وہاں پہ عامر نذیر صاحب یہ فخریہ طور پہ کہہ رہے تھے کہ میری طرح 20 منٹ کوئی نہیں بول سکتا، ٹھیک ہے، اور ہم نے تو فوراً وہاں پہ کہہ دیا تھا کہ ہم واقعی ہماری عادت نہیں ہے الزام بازی اور گالیاں دینا، تو ہم تو 20 منٹ نہیں بول سکتے، تو اس پہ بڑا فخر کر رہے تھے کہ دیکھو میرے پہ میں 20 منٹ کوئی بھی نہیں بول سکتا، ٹھیک ہے۔ ہم نے کہا بولیں آپ 20 منٹ بولیں، اور پھر یہ بڑے فخریہ طور پہ یہ جو ہے یہ بات کر رہے تھے اور گالیاں کمیونٹی تو میں نے کہا یہ اتنا فخریہ بات ہے تو یہ فخریہ طریقہ پھر ان کو ہر جگہ کرنا چاہیے نا، یہ تو نہیں کہ جہاں پہ بن کے بیٹھے ہوتے ہیں آپ کی براڈ پہ یہاں پہ آ کے وہ بات نہیں کرتے، حالانکہ دوسری بورڈ پہ کہتے ہیں کہ میں جو بات آپ نے واقعی تھی کہ آپ 20 منٹ تک بولیں تو پھر یہ بولے تھے وہاں یا نہیں بولے تھے؟ کر رہے ہیں تو پھر اور یہ بات کریں گے تو پھر جتنے بھی جو گالی باز ہیں جو ان کے فالوورز ہیں وہ ان کو پھول پھینکیں گے، اور جو معتبر لوگ ہیں جیسے افضل ورائد صاحب جیسے لوگ ہیں ان کے سامنے ان کی اصلیت کھلے گی۔ تو میں اس لیے کہہ رہا ہوں کہ 20 منٹ بات کریں، اور میں بلکہ مجھ سے یہ ہوئی کہ جب صفیہ صاحبہ کی براڈ پہ یہ بات کر رہے تھے تو میں ریکارڈنگ نہیں کر سکا، میں نے پھر ان کو کہا کہ یہی جو آپ بات کر رہے تھے دوبارہ کریں، میں ریکارڈنگ یہ جو سپیکر صاحب کی آواز ہے اس کو اگر آپ ریکارڈ کر لیں اور ریکارڈ کر کے سنائیں، ہم ان کو سنائیں واپس تو ان کو پتہ چلے کہ یہ کیا کہہ رہے ہیں۔ علامہ صاحب ان کی آواز ریکارڈ کر کے سنا سکتے ہیں ان کو؟ میں پتا ہوں نا، انہوں نے ان کو میں نے کہا میں آپ کو ایک اور تھوڑی سی ایک اور بات بتاتا ہوں۔ ان کو میں نے کہا، عامر نذیر صاحب کو کہا میں نے کہ آپ نے 20 منٹ بات کر لی، بڑی فخری انداز میں کی ہے، اب آپ میں نے ریکارڈنگ آن کر لی ہے، میں پہلے ریکارڈنگ نہیں کر سکا، دوبارہ کر دیجئے، ظاہری بات ہے آپ چاہیں گے کہ دوبارہ کریں، ٹائم نوٹ کر لیں کب سے یہ آپ کو دہرا رہے ہیں۔ ملک کیسر صاحب انہوں نے ریکارڈنگ کر کے سناؤ، انہوں نے دسو بھی تھوڑی جب ان کو آواز نہیں آ رہی، رک کے آ رہی ہے، تو میں یہ کہہ رہا ہوں نا کہ میں ریکارڈنگ نہیں کر سکا، تو اب وہی بات ادھر کر رہے تھے ادھر کریں، شروع کریں جی 20 منٹ وہ کہتا ہے وہی بات جو ادھر کر رہے تھے یہاں کر دے، بس اتنی سی بات۔ وہی بالکل خام خواہ نہیں شروع کریں، کوئی بات ہو تو کریں، صاحب جب کہہ رہے ہیں کہ نہیں کوئی ضرورت نہیں ہے تو وہاں پہ تو ایم ہی شروع ہو گئی تھی۔ اچھا السلام علیکم ورحمۃ اللہ حسینی صاحب۔ وعلیکم السلام جی۔ حسینی صاحب وہ جو چلے جو یہاں پہ نہیں ہے اس کی کیا ویڈیو چلانی ہے، آڈیو چلانی ہے، یہ عامر نذیر صاحب سے پوچھ لیتے ہیں کہ حضرت علی رضی اللہ تعالیٰ عنہ کی جو سنت ہے عورتوں کی شلواریں اتارنا، وہ کہاں سے انہوں نے لی ہے؟ یہ تو کسی نے نہیں کبھی کہا کہ یہ بیٹھے ہوئے آپ کے سامنے، انہوں نے کبھی نہیں کہا یہ بات، سر بیٹھے ہوئے، میں ان سے بات کرنے، انہوں نے کبھی نہیں کہا، کیوں نہیں کہا؟ حسینی صاحب ان سے بات تو کرنے، میرا نہیں خیال کہ انہوں نے یہ لفظ کبھی کہے ہیں۔ سر کہے ہیں انہوں نے، یہ بیٹھے ہیں، پوچھیں ان سے، چلو پوچھ لیں، اگر وہ اقرار کرتے ہیں مان لیں گے۔ ہاں جی عامر نذیر صاحب، کیوں جی یہ لفظ کہے نہیں تسی عورتوں کی سلواریں اتارنا؟ نہیں مس کوڈ کرنا دوسرے نو یا دوسرے دے لفظاں نو اپنا معنی بنانا، یہ لفظ تسی نہیں کہے، وہ لفظ کی سن وہ جیڑا تسی الزام لگا رہے ہو، نہیں الزام لگا رہے ہو، غلطی نہ کرو اپنے لفظ۔ بالکل صحیح الزام ہے، آپ بیچ میں نہ آئے حسینی صاحب، تسی نہ وکالت کرو پلیز۔
ਤੁਸੀਂ ਸਾਰਿਆਂ ਦੇ ਸਾਹਮਣੇ ਕਰ ਰਹੇ ਹੋ ਤੇ ਸਾਰੇ ਸ਼ਾਮਲ ਨੇ ਨਾ ਗੱਲ ਵਿੱਚ। ਜਿਹੜਾ ਬੰਦਾ बैठा है ਉਹਦੀ ਕਰ ਰਹੇ हैं, वो सामने बैठा है, वो या तो माफी मांगेंगे वो आप या वो जवाब मानेंगे देगा। ये अल्फाज नहीं है, इनको बात करने दें। जी आप करें बात इनसे। हाँ जी अमन अजीज साहब। भाई जो किसी की बात हो ना, वो बात पेश करना होती है दयानतदारी, और उसकी बात को अपने लफ्जों में बयान करके उसका मानी मफहूम बदल देना, मिस कोड करना, ये होती है खयानत। नहीं ये आप लोग इससे बाज आ जाएं। आखिर एक दिन मरना है, रब के सामने जाना है। चले बता दे वो क्या अल्फाज थे, चले आप बता दें। हाँ बड़े फसरिया बोले से बोले। हमने सर आप बता दें, मैं गलत कोट कर रहा हूँ तो। नहीं गलत कोट, वो जो आप आपने मैं बता कहा कि ये कहते हैं ये नहीं कहे, माफी मांगेगा, ये लफ्ज कभी नहीं कहे। हुसैन साहब वकील ना बने, उनके ऊपर वकील में बैठ जाए। अभी पता चलता है उन्होंने जो कहे हैं वो उनको दोहराने सामने बैठे उन्होंने ये आप उन पे जो इल्जाम लगा रहे हैं वो गलत है। मैंने कैसे बचा रहे हैं? वो लफ्ज आप कह रहे हैं जो मनसूख कर रहे हैं वो उन्होंने कभी अच्छा नहीं चले कहा। ठीक है हुसैनी साहब, ठीक है। अमन अजीज साहब मैंने जो मिस कोट किया ना, नहीं मिस कोट को छोड़ दें, जो आपने इल्जाम लगाया मिस सही कोट कोट नहीं, कर दें अमन अजीज साहब। जो आपने इल्जाम लगाया उन पर वो इल्जाम मैंने लगाया, वो खुद उसको क्लियर कर देंगे। वो भी सुन रहे हैं। मैं वो मेरी बात की आपको मांगने का मौका दे, वो या तो अल्फाज वापस लेके माफी मांगेंगे, या वो तकनीयां बोल नहीं कौन से सकते, अल्फाज- या वो कौन से अल्फाज वापस तकनीयां माफी बोल नहीं सकते मांगेंगे? हुसैनी साहब। या वो कहेंगे कि हाँ मैंने कहे थे। वो आपके अलामा है सर, कौन से हुसैनी साहब आपके अलामा है, वो आपसे बड़े हैं। तभी मैं कह जवाब रहा दे हूं, लें दें, मेरे अलामा है, इसलिए मैं कह रहा हूं। उनको जवाब दे लें दें। मैं अर्ज कर रहा हूं अगर शोर करना है तो मेरी आवाज ਤੁਹਾਡੇ ਨਾਲੋਂ ਜ਼ਿਆਦਾ ਉੱਚੀ ਹੋਏਗੀ साहब को रोके ना, खुद बोले। ਉਹਦਾ ਫਾਇਦਾ ਨਹੀਂ ਹੋਣ ਲੱਗਾ। ਬਿਹਤਰ ਹੈ ਆਰਾਮ ਨਾਲ ਗੱਲ ਕਰੋ। ਅਸਲ ਕੋਡ ਬਤਾएं ਚਲੇ। ਤੁਸੀਂ ਇਹ ਇਲਜ਼ਾਮ ਝੂਠੇ ਲੋਕਾਂ ਤੇ ਕਿਉਂ ਲਾਉਂਦੇ ਹੋ? ਲੋਕਾਂ ਦੀਆਂ ਗੱਲਾਂ ਆਪਣੇ ਲਫ਼ਜ਼ਾਂ 'ਚ ਬਿਆਨ ਕਰਕੇ ਗੱਲਾਂ 'ਚ ਖਿਆਨਤ ਕਿਉਂ ਕਰਦੇ ਹੋ? अमन अजीज साहब, अमन अजीज साहब, आगे ना असल बात बताएं। अमन अजीज साहब सुन लो, मैं मेरे को ਤੁਸੀਂ ਜੇ ਤੁਹਾਡਾ ਰੋਲਾ ਪਾਣਾ ਹੈ ਤੇ ਮੈਂ ਇੰਨੀ ਉੱਚੀ ਆਵਾਜ਼ ਨਾਲ ਬੋਲਾਂਗਾ ਕਿ ਤੁਹਾਡੀ ਆਵਾਜ਼ ਕਿਸੇ ਨੂੰ ਸੁਣਾਈ ਨਹੀਂ ਦੇਣ ਲੱਗੀ, ਫਿਰ ਕੀ ਫਾਇਦਾ? ਸਰ ਨਹੀਂ ਰੋਲਾ ਪਤਾ, ਤੁਹਾਡੀ ਗੱਲ ਦਾ ਜਵਾਬ ਦੇਣ ਲੱਗਾ, ਠੀਕ ਹੈ। ਗੱਲ ਇਹ ਅਮਨ ਅਜ਼ੀਜ਼ ਸਾਹਿਬ ਹੈ ਕਿ ਮੇਰੇ ਕੋਲ ਹੋ ਗਿਆ ਤੁਸੀਂ ਇਹ ਦੱਸੋ ਕਿ ਤੁਸੀਂ ਜਿਹੜੇ ਲਫ਼ਜ਼ ਆਖੇ ਨੇ ਇਹ ਲਫ਼ਜ਼ ਮੇਰੇ ਹਨ ਨੇ? ਇਹ ਤੁਹਾਡੇ ਮੇਰੇ ਖਿਆਲ ਚ ਕੋਈ ਲਫ਼ਜ਼ ਨੇ, ਜੇ ਇਹ ਨਹੀਂ ਕਿ ਤੁਸੀਂ ਦੱਸੋ ਕੀ ਲਫ਼ਜ਼ ਹੈ। ਤੁਹਾਡੇ ਖਿਆਲ ਵਿੱਚ ਨਾ, ਤੁਹਾਡੇ ਖਿਆਲ ਨਾਲ ਤਾਂ ਦੁਨੀਆ ਨਹੀਂ ਮੈਂ ਦੇਖੋ ਸੁਣਿਆ, ਤੁਹਾਡੇ ਖਿਆਲ ਨਾਲ ਮੈਂ ਤੁਹਾਡੇ ਮੂੰਹ ਚ ਇਹੋ ਹੀ ਸੁਣਿਆ। ਜੇ ਤੁਸੀਂ ਗਲਤ ਕਹਿੰਦੇ ਹੋ ਸਹੀ ਲਫ਼ਜ਼ ਦੱਸ ਦਿਓ ਕੀ ਸਨ। नहीं है ने तो साबित करो। ਦੱਸਿਆ ਸਾਹਮਣੇ ਬੰਦਾ ਬੈਠਾ, ਉਹਨੇ ਸਾਬਤ ਕਰ ਦੇਗਾ। अमन नहीं आना हुसैनी साहब आपने। ना अगर ਅਮਨ ਅਜ਼ੀਜ਼ ਸਾਹਿਬ ਕੀ ਲਫ਼ਜ਼ ਸਨ? अगर ये लफ्ज है ने साबित करना ਤੁਹਾਡੇ ਤੇ ਹੈ। नहीं ਸਾਬਤ ਕਰਤਾ ਹੈ ਨਾ, ਉਹਨਾਂ ਨੇ ਨਹੀਂ ਕਿਹਾ, ਉਹਨਾਂ ਨੇ ਇਹ ਗੱਲ ਨਹੀਂ ਕਹੀ। बता दें उन्होंने क्या कहा। ਉਹਨੂੰ ਗਲਤ ਸਾਬਤ ਕਰ ਦੇ, ਮੇਰੇ ਲਫ਼ਜ਼ ਨਹੀਂ ਸਨ। ਜਿਹੜੀ ਉਹ ਕਹਿ ਰਹੇ ਨੇ ਮੈਂ ਨਹੀਂ ਕਿਹਾ, ਉਹਨਾਂ ਨੇ ਨਹੀਂ ਕਿਹਾ। ਉਹ ਕਹਿ ਦੇਣ ਕਿ ਮੇਰੇ ਲਫ਼ਜ਼, ਉਹ ਕਹਿ ਰਹੇ ਨੇ ਮੇਰੇ ਲਫ਼ਜ਼ ਨਹੀਂ 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 ਉਹ ਕਹਿ ਰਹੇ ਨੇ ਮੈਂ ਨਹੀਂ ਕਿਹਾ ਹੈ, ਇਹੋ ਹੀ ਗੱਲ। ਉਹ ਕਹਿ ਰਹੇ ਨੇ ਮੈਂ ਕਿਹਾ ਪਰ ਮੇਰੇ ਲਫ਼ਜ਼ ਨਹੀਂ ਨਹੀਂ ਉਹ ਕਹਿ ਰਹੇ ਨੇ ਮੇਰੇ ਲਫ਼ਜ਼ ਨਹੀਂ। ਅਮਨ ਨਜ਼ੀਰ ਸਾਹਿਬ ਹੈ, ਤੁਸੀਂ ਹਜ਼ਰਤ ਅਲੀ ਦੇ ਬਾਰੇ ਚ ਗੱਲ ਕੀਤੀ ਹੈ ਕਿ ਨਹੀਂ? ਇਹ ਵਾਲੀ Stay straight on airport viaduct ਅਮਨ ਨਜ਼ੀਰ communications. अभी ये ਉਹ वापस ਤੇ ਤੁਹਾਡੇ ਖਲੀਫਾ ਨੇ ਵੀ ਕੀਤੀ ਹੈ, ਮੈਂ ਵੀ ਕੀਤੀ ਹੈ। ਮੈਂ ਵੀ ਤੁਹਾਡੇ ਖਲੀਫਾ ਦੀ ਗੱਲ ਮਿਸਕੋਟ ਜਿਹੜੀ ਤੁਸੀਂ ਕਰਾਂ। ਕੀਤੀ ਹੈ ਉਹ ਦੱਸੋ ਨਾ। ਤੁਹਾਡੇ ਖਲੀਫਾ ਦੇ ਖੁਤਬੇ 'ਚ ਇਹ ਗੱਲ ਮੌਜੂਦ ਹੈ, ਮੈਂ ਉਹਨੂੰ ਮਿਸਕੋਟ ਕਰਕੇ ਬਿਆਨ ਕਰਨਾ ਸ਼ੁਰੂ ਕਰ ਦੇਵਾਂ ਤੇ ਹੁਸੈਨੀ ਸਾਹਿਬ ਸਬੂਤ ਮਿਲ ਗਿਆ ਦਿਆਨਤ ਹੋਏਗੀ ਜੀ, ਕਿ ਦਿਆਨਤਦਾਰੀ ਹੋਏਗੀ? ਹੁਸੈਨੀ ਸਾਹਿਬ ਸਬੂਤ ਮਿਲ ਗਿਆ ਜੇ, ਹੁਣ ਨਹੀਂ ਬੋਲਣਾ ਅਗਰ ਤੁਹਾਡੇ ਖਲੀਫਾ ਸਾਹਿਬ ਨੇ ਵੀ ਇਹ ਗੱਲ ਬਿਆਨ ਕੀਤੀ ਹੋਵੇ ਤੇ ਜਿਸ ਤਰ੍ਹਾਂ ਉਹਨਾਂ ਬਿਆਨ ਕੀਤੀ ਹੋਵੇ, ਮੈਂ ਉਸ ਤਰ੍ਹਾਂ ਬਿਆਨ ਕਰਨ ਦੀ ਬਜਾਏ ਅਲਾਮਾ ਸਾਹਿਬ ਇਸ ਵਿੱਚ ਕਰੋ ਜਿਹੜਾ हुसैनी साहब हम दसो ਮੈਂ ਦੱਸ ਰਿਹਾ। ਇੱਕ ਮਿੰਟ ਚੁੱਪ ਕਰੋ ਨਾ, ਇੱਕ ਚੁੱਪ ਕਰੋ ਨਾ। ਦੱਸੇ ਕੋਈ ਕੀ ਜੱਸੀ ਰੌਲਾ? ऐसा करते हैं, कितनी गलत बात है। ਸੁਣੋ ਨਾ, ਉਹ ਨਹੀਂ ਆ ਸੁਣੋ ਪਿਆ ਨਾ, ਸਬੂਤ, ਉਹਨੇ ਮੰਨਿਆ। ਉਹ ਸੁਣੋ ਨਾ, ਮੈਨੂੰ ਤੁਸੀਂ ਬੁਲਾਇਆ ਸਬੂਤ ਦਿਓ ਤੇ ਮੈਂ ਸਬੂਤ ਦੇਣ ਲੱਗਾ। ਕੀ ਸਬੂਤ ਦੇਣ ਲੱਗੇ ਹੋ? ਤੁਹਾਨੂੰ ਕਿਹਨੇ ਕਿਹਾ ਸਬੂਤ ਦਿਓ? ਤੁਹਾਨੂੰ ਕਿਹਨੇ ਕਿਹਾ ਸਬੂਤ ਦਿਓ? ਤੁਸੀਂ ਇਲਜ਼ਾਮ ਲਗਾਇਆ ਹੈ ਉਹ ਗਲਤ ਹੈ। ਮੈਂ ਉਹਨਾਂ ਤੇ ਇਲਜ਼ਾਮ ਲਗਾਇਆ, ਉਹਨਾਂ ਨੇ ਕਿਹਾ ਮੈਂ ਕਿਹਾ ਨਹੀਂ, ਮੈਂ ਤਾਂ ਨਹੀਂ ਕਿਹਾ, ਮੈਂ ਤਾਂ ਕਿਹਾ ਲਫ਼ਜ਼ ਮੇਰੇ ਨਹੀਂ ਹੈ। मैं की किया अभी क्या अभी का नहीं कोई नहीं किया उन्होंने उन्होंने क्या उन्होंने कदे नहीं किया, कदे नहीं किया, मैं कदे भी नहीं बोला उन्होंने किया। नहीं अच्छा चलो मैं सवाल दूसरा तरीके से पूछ लेना।
मैं सवाल आप एक मिनट रुके ना, आप तो रुके, मैं सवाल दूसरे तरीके ना पूछता मैंने होने तो बुलाया तो अमन नजीर मैंने साहब तो बुलाया तो इनको सैनी साहब को नहीं बुलाना बीच में, ये अच्छा, अमन नजीर साहब भाई मुझे बुलाया आपने, जो आपने इल्जाम लगाया वो जो इल्जाम आपने लगाया है वो गलत है, वो गलत है। सर आप पे नहीं लगाया ना, छोड़े इस बात को। इतने जवाब है, और कोई अल्लामा साहब सिर्फ उसकी तरदीद करें कि वो इल्जाम गलत है, बस। मैं कर देता हूं, मैं 10 दफा तस्दीद कर चुका हूं कि ये झूठे इल्जाम क्यों लगाते हैं लोग। मैं कर देता हूं अल्लामा साहब, मैं सवाल दूसरी तरह कर लेता हूं अल्लामा साहब, आप फिक्र ना करें। आज नहीं बचना हमें भाई सवाल तो बाद में करें, पहले ये बताएं ना कि झूठे इल्जाम आप मुझे ये बताएं अल्लामा की बातों को तरोड़ मरोड़ के पेश करना, अमन नजीर साहब, लोगों की बातों को तरोड़ मरोड़ के पेश करना, ये आदत मैं आपने कहां से पेश करता? बात सुन लें, बता ये हुनर तूने सीखा कहां से? ये कहा है कि उनकी सुन्नत है सवारे उतारना। जो मैंने कहा नहीं है वो आप कह कर झूठे इल्जाम लगाने के आदी क्यों है? सर मैं वही तो अर्ज कर रहा हूँ, आपने हजरत अली पे ये कहा है कि सवारे उतारना औरतों की उनकी सुन्नत है। हजरत अली ने जो कुछ कहा है वही बात आपके खलीफा साहब ने भी कही, मैंने भी कही, लेकिन जो आप कह रहे हैं वो ना मैंने कही ना आपके खलीफा। मैंने आपकी पूछी है, आपकी पूछी है, झूठ बोलती है, क्यों झूठे इल्जाम लगाते हैं? आपने क्या कहा है, आपने क्या कहा है? आप इल्जाम क्यों लगाते हैं झूठे? ये सब है प्याज बकरा ले लो, जबा जाके आप ये झूठे इल्जाम जाके गोश्त बना लो, बात थी साली साहब, बात थी जबा कीता है कटा प्याज गोश्त बना लो। जो बात मैंने की है या आपके खलीफा साहब ने की है या मिर्जा साहब ने की है, उसको मिस कोड करना क्या ये खयानत नहीं है? ये इल्जाम झूठे लगाना कब छोड़ेंगे? नजीर साहब इतनी सी बात थी, ये बड़े बार के बोलते फिरते थे, यहाँ पे आप भीगी बिल्ली बन गए। देखिए ये लैंग्वेज अपनी देखें, अगर आगे से भी कोई इस तरह का जवाब दे फिर आप कहते हैं ये गालीबाज है, ये गालियां देता है। सॉरी, चले अब आप उम्मे साहिबा से माफी मांगेंगे, क्योंकि आपने उम्मे साहिबा के बारे में आप सारे सफिया सिस्टर से माफी मांगेंगे? मैं तो अगर मेरी तरफ से कोई गलत बात हुई हो तो बिल्कुल मैं, आपकी तरफ से नहीं, आपके सारे लोगों की तरफ से हुई है, जैसे भी है मैं माफी मांगता हूँ, बिल्कुल किसी को ऐसे बात नहीं करनी। चले मांगे उनसे, सफिया सिस्टर से जाएं, अभी उनकी ब्राड लगी होगी। आप अब उम्मे साहिबा के बारे में माफी मांगे ना, उनकी ब्राड पे जाके उनसे माफी मांगे, पहले पता लगे कि मांगते हैं आप। आपने रजू कर लिया ना हजरत, भाई मैं अपने किए का जिम्मेदार हूँ, आप अपने किए का जिम्मेदार हैं। आप पहले माफी मांगे, साहिबा से माफी मांगेंगे, आप सफिया सिस्टर से माफी मांगेंगे? आप अभी माफी मांग लें, माफी मांगे, आपको मौका दिया जाता है। आप लोग भी सफिया सिस्टर से माफी मांग लें, कब्र करीब है, आखिर मरना एक दिन। मेरा लेना देना ही नहीं, मैंने कोई ऐसी बात की नहीं। आप भाई सारी जमात का लेना देना है, आपका लेना देना है कि मैंने ऐसी बात की है। आपने आप जमात अहमदिया के बंदे नहीं है, जमात आपने खुद कहा है कि हाँ ऐसी बात की है, अब आप माफी मांगेंगे उम्मे साहिबा से? मैं कह रहा हूँ कि आप माफी मांगेंगे सफिया सिस्टर से और हजरत अली रजी अल्लाह अन्हु और बाकी मुसलमानों से, जो हजरत अली हेलो उनसे सफिया सिस्टर से माफी मांगोगे जाके? आप ये गंदी गालियां आप लोगों ने उनको दी हैं, कश्मीरी साहब की ब्राड पर भी गंदी गालियां आपने दी। आपने कहा है कि आपने इतनी गंदी गालियां दी हैं कि शर्म से डूब मरने का बात पे। अब एक कश्मीरी साहब बैठे हैं, इसमें मैं कह रहा हूं कि जो गालियां आपने सफिया सिस्टर को दी हैं आपकी जमात के लोगों ने, आप उसकी माजरत करेंगे? आप रजू नहीं कर रहे, फिर माफी मांगेंगे, रजू करेंगे? बारे में जो आप रजू करेंगे, रजू नहीं कर रहे, उस बात से रजू करेंगे जो आपने सफिया सिस्टर नहीं कर रहे। चलो मैं जो पूछ रहा हूँ उसका जवाब किसने देना है? आप फिर हिम्मत करें, पाकिस्तान जाके बात करें, जो बात आपने की थी ना हजरत अली। भाई मैं तो रोज जो बात करता हूँ, मुझे पाकिस्तान की तरफ, मुझे ये शहनशाह मुल्क मेरा सारे जो है, आप ये राजपाल की किताब जो पढ़ी है पढ़ के दिखा लेंगे, लेकिन जब पाकिस्तान जाके पढ़ के दिखा लेंगे, जाके पाकिस्तान राजपाल की जाके बात करें, पाकिस्तान जाके बात करें। ये आपने ये जो सईदा जवेरिया और सईदा मारिया का नाम लेकर जो हर्जा सराई की है, ये कर लेंगे पाकिस्तान जाके? दिल दहल जाता है। मैं कहता हूँ ये हरकत आप पाकिस्तान जाके कर लेंगे, दिल दहल जाएगा ना लोगों का। खलीफा के बारे में आप इतनी गंदी बातें करते हैं। सिर्फ उम्मे साहिबा से आपको एक बुग़्ज़ है, उनकी वजह से आप भाई आपका बुग़्ज़ तो सारी हदें क्रॉस कर गया ना, जो आपका सफिया सिस्टर से बुग़्ज़ है। अटैचमेंट आप लोगों का बुग़्ज़ जो है उसने सारी हदें क्रॉस कर दी। रात के 1:30 बजे मैंने उम्र बाप को फोन तो नहीं किया ना, आपने सफिया सिस्टर को
रात के 1:30 बजे कालें करके और यहाँ आप रजू हुसैनी नहीं साहब कर की रहे। ब्राड पर आप रजू गंदे नहीं कर गंदे रहे, इल्जामात आप लगा रजू नहीं के कर जो गंद आपने उछाला है वो आप रजू करते हैं। जमात अहमदिया की तरफ से माफी मांगते हैं। हजरत अली रज़ी अल्लाह अन्हु के बारे में जमात गुस्ताखी अहमदिया की करके तरफ हमें से माफी तकलीफ देते हैं। मांगते हो। आपको कोई हया नहीं है? माफी मांगो जमात अहमदिया की तरफ हमारे से। सहाबी हमारे इतने जलील जो सहाबी, जमात अहमदिया ने हमारे हरकत खलीफा की के है बारे यहाँ में पर आप इतनी उसकी गंदी बात माफी करते हैं। मांगो। अभी भी उसकी माफी मांगो जमात अहमदिया की जो हरकत है, गलीज हरकत, एक बेटी के लिए, एक बहन के लिए, एक माँ के लिए। हमारे खुलफाए राशिदीन माफी मांगो जो हरकत की है सफिया सिस्टर के साथ। आप लोगों ने जो सफिया सिस्टर के साथ हरकत की है, जो राजपाल की किताब यहाँ टिकटॉक पर पड़ी है, उसकी माफी मांगो। कैसे जमात अहमदिया की तरफ से माफी मांगो। सारे वीडियो बनाओ अपनी अपनी कि हम जमात अहमदिया माजरत चाहते हैं। हम जब पाकिस्तान आए हमारे ऊपर 295 नहीं लगनी चाहिए। हमने जुल्म किया, राजपाल की किताब पढ़ी, हमने जुल्म किया, लोगों की माओ बहनों बेटियों को यहाँ पर हुसैनी साहब की बरात पर गंदी गालियां दी। हमने जुल्म किया, रात 1:30 बजे उसको कालें की, किसी की बेटी को, किसी की माँ को, किसी की बहन को। माफी मांगो यहाँ पर जमात अहमदिया की तरफ से, सारी की तरफ से आप माफी मांग दो। चलो टॉप सिकर सारे जमात अहमदिया की तरफ से माफी मांग दो। हिम्मत है तो माइक उतार के बात कर। और सारी जमात अहमदिया की तरफ से माफी मांग लो ना। हजरत अली की गुस्ताखी करते हो। ओए हजरत अली दा तू की लगना है? तू की लगना है हजरत अली दा? तू ते तू ਉਹਦਾ ਪੈਰੋਕਾਰ ਹੈ ਜਿਹੜਾ ਕਹਿੰਦਾ ਹੈ ਕਿ ਮੁਰਦਾ ਅਲੀ को छोड़ो, तुम में जिंदा अली मौजूद है। तू ਤੇ ਉਹਦਾ ਪੈਰੋਕਾਰ ਹੈ। तेरा हजरत अली ਨਾਲ ਕੀ ਰਿਸ਼ਤਾ ਰਹਿ ਗਿਆ ਪਿੱਛੇ? गंदा गाली तेरे को जिंदा अली च तू एक दावेदार आ गया है कि मैं जिंदा अली मौजूद हाँ, मुर्दा अली को छोड़ो, तुम में जिंदा अली मौजूद है। ਤੇ ਤੈਨੂੰ ਕੀ ਲੋੜ ਹੈ ਹਜ਼ਰਤ ਅਲੀ ਦੀ ਗੱਲ ਕਰਨ? ਤੇਰੇ ਕੋਲ ਤਾਂ ਜ਼ਿੰਦਾ ਅਲੀ ਨਵਾਂ ਆ ਗਿਆ ਹੈ। तेरा भी हक है को हजरत अली दा मतलब गल करन दी। हजरत अली दा नाम तुहाडियां ज़बानां ते आना ही नहीं चाहिए। मौला अली दा नाम मुसलमान लैन तुहाडा ते ना ही नहीं आना चाहिए ज़बान ते। जो कोई तुहाडे लिटरेचर च मौला अली दे बारे लिखे है, हसनैन करीमैन दे बारे लिखे है, अहले बैत दे बारे लिखे है, पंज तन पाक दे बारे लिखे है, तुहाडा ते हक ही नहीं है। तुसीं उन्हां दा जिक्र भी करो अपनियां ज़बानां नाल। जो कुछ तुहाडे लिटरेचर विच सैयदना हुसैन दे बारे लिखे है, नबी दे नवासे दे बारे लिखे है, उन्हां दे वालिद मोहतरम मौला अली दे बारे लिखे है, तुहाडा ते हक ही कोई नहीं है। तुसीं उन्हां दा जिक्र भी ज़बान ते लियाओ। माइक उतार के बात ले लो जी गुस्ताख मैं आख्या मुर्दा अली को छोड़ो, तुम में जिंदा अली मौजूद है। मैं आख्या कि 100 हुसैन मेरी जेब में है। मैं आख्या कि कस्तूरी की खुशबू के पास गूं का ढेर है। मैं आख्या सईदना हुसैन नु मैं तशबीहां दित्तियां ने, एक गंदियां गालां सईदना हुसैन नु मैं कढियां ने। गुस्ताख होए जेड़ा कहंदा है कि मुर्दा अली को छोड़ो, तुम में जिंदा अली मौजूद है। गुस्ताख होए जेड़ा कहंदा है 100 हुसैन मेरी जेब में है। गुस्ताख होए जेड़ा कहंदा है कि सईदना हुसैन कोल ते रस्ता को नहीं बचिया, वो ते फस गए उत्थे ओदे विच करबला विच ते उन्हां नूं फौजां ने घेर लिया। लेकिन जेड़ा मेरा मुरीद है वेखो ओदे कोल रस्ता मौजूद सी, वो मेरी बैत तोड़ के बच सकदा सी। इस गल्ले उन्हें बैत नहीं तोड़ी ते ओ सईदना हुसैन दी शहादत नाल वध के ओदी मौत है। ਇਹਨੂੰ ਕਹਿੰਦੇ ਨਹੀਂ ਗੁਸਤਾਖੀ। ਇਹ ਪਾਕਿਸਤਾਨ ਜਾ ਕੇ ਪੜ ਕੇ ਸੁਣਾਈਏ ਨਾ ਸੜਕ ਤੇ ਜਾਂ ਕਿਸੇ ਇਬਾਦਤ ਗਾਹ ਚ, ਉੱਥੇ ਲੱਗਦੀ ਹੈ 295 ਸੀ। ਉੱਥੇ ਸਾਈਬਰ ਕ੍ਰਾਈਮ ਵਾਲੇ ਇਹਦੇ ਤੋਂ ਵੱਡਾ ਗੁਸਤਾਖ ਕੌਣ ਹੋ ਸਕਦਾ ਹੈ? ਹਜ਼ਰਤ ਅਲੀ ਦਾ ਸਭ ਤੋਂ ਵੱਡਾ ਗੁਸਤਾਖ ਹੈ। हजरत अली रज़ी अल्लाह अन्हु ਜਿਹੜਾ ਇਹ ਕਹਿੰਦਾ ਨਾ, ਜਿਹੜਾ ਕਹਿੰਦਾ हजरत अली मुर्दा हो गए हैं, जो कहता है कि हजरत अली मुर्दा हो गए हैं, मैं जिंदा अली तुम में मौजूद हूँ, उस मुर्दा अली को छोड़ो, तुम में जिंदा अली मौजूद है। ਇਹਨੂੰ ਕਹਿੰਦੇ ਨਹੀਂ ਗੁਸਤਾਖੀ। माइक तो उतारो पहले, माइक उतारो पहले। माइक उतारने है ना, मैं कहना ਇਹਨੂੰ ਗੁਸਤਾਖ ਆਖੇਗਾ। माइक उतार के बात करो। ਜਿਹੜਾ ਕਹਿੰਦਾ ਮੌਲਾ ਅਲੀ ਨੂੰ ਕਿ ਉਹ ਮੁਰਦਾ ਹੋ ਗਏ ਨੇ ਤੇ ਮੈਂ ਜ਼ਿੰਦਾ ਅਲੀ ਹਾਂ, ਮੈਂ ਉਹਨਾਂ ਤੋਂ ਬਿਹਤਰ ਹਾਂ, ਉਹ ਗੁਸਤਾਖ ਆਖਣਾ ਉਹਨੂੰ ਮਾਫੀ ਮੰਗੇਗਾ ਜਮਾਤ ਅਹਿਮਦੀਆ ਦੀ ਤਰਫੋਂ। झूठ ना बना। सारी जमात अहमदिया मुसलमाना को, शिया को भी तो सुनिया को भी माफी मंगो, क्योंकि मौला अली एक ऐसी हस्ती ने जेड़े अहले सुन्नत और अहले तशय्युह उन्हां दे दरमियान मुत्तफिक शख्सियत है, मुसलमा शख्सियत ने। ऐसी हस्ती ने जिन्हां ते शिया भी ते सुन्नी भी सारे मुत्तफिक ने। उन्हां दियां गुस्ताखियां दी माफी मंगो। माइक उतारो। जमात सारी दी तरफों माफी मंगो, अपने लिटरेचर की तरफों माफी मंग
ਅੱਗੋਂ ਮਲਫੂਜ਼ਾਤ ਦੇ ਉਹ ਛਪਵਾਉਣਾ ਬੰਦ ਕਰੋ ਜਿਹਦੇ 'ਚ ਇਹ ਲਿਖਿਆ। ਪਰ ਅਸਾਂ ਤੇ ਇਸੇ ਗੱਲੇ ਪਾਬੰਦੀ ਲਾਤੀ ਹੈ ਕਿ ਪਾਕਿਸਤਾਨ ਵਿੱਚ ਪਾਕਿਸਤਾਨ 'ਚ ਇਹੋ ਜਿਹੀ ਕਿਤਾਬ ਛਪਣੀ ਨਹੀਂ ਚਾਹੀਦੀ ਜਿਹਦੇ 'ਚ ਇਹ ਲਿਖਿਆ ਹੋਵੇ ਮੁਰਦਾ ਅਲੀ ਕੋ ਛੋੜੋ ਤੁਮ ਮੇਂ ਜ਼ਿੰਦਾ ਅਲੀ ਮੌਜੂਦ ਹੈ। ਇਹ ਕਿਤਾਬ ਛਪਣੀ ਨਹੀਂ ਚਾਹੀਦੀ। डर क्यों रहे हैं आप? ਇਸੇ ਤਰ੍ਹਾਂ ਚੜ੍ਹਦੇ ਵਾਲੇ ਪੰਜਾਬ 'ਚ 7 ਬਚਨ ਛਪਣੀ ਨਹੀਂ ਚਾਹੀਦੀ ਜਿਹਦੇ ਵਿੱਚ ਗੁਰੂ ਨਾਨਕ ਨੂੰ ਗਾਲੀਆਂ ਲਿਖੀਆਂ ਨੇ। ਇਹ ਤੁਹਾਡੀਆਂ ਕਿਤਾਬਾਂ ਦੇ ਪਾਬੰਦੀਆਂ ਤਾਂ ਲੱਗੀਆਂ ਨੇ, ਉਹਨਾਂ 'ਚ ਗਾਲਾਂ ਲਿਖੀਆਂ ਗੁਸਤਾਖੀਆਂ ਦੇ ਵਿੱਚ ਨੇ। ਬੋਲੋ ਅੰਮ੍ਰਿਤ ਸਾਹਿਬ ਬੋਲੋ। ਸਾਬਰ ਸਾਈਡ ਸਾਹਿਬ ਸਾਬਰ ਸਾਈਡ ਸਾਹਿਬ ਆ ਗਏ ਨੇ। ਇਹਦੀ ਗੱਲ ਸੁਣੋ ਸਾਬਰ ਸਾਈਡ ਸਾਹਿਬ, अस्सलाम वालेकुम। लो जी मैं म्यूट कर। अच्छा वो मैं क्या एक आज मेरा पहले भी दावा था, आज भी दावा है, ठीक है। मैंने पहले भी दावा किया था अमर साहब मैं मुसलमान ठीक है। होने के लिए तैयार हूँ, ठीक है। इन्होंने पहले भी यही इल्जाम लगाए थे जो आज इन्होंने लगा दिए, इसलिए मैं ऊपर आया हूँ। आज भी मेरा दावा है। कितने लोग बैठे हैं? 89%, 89 लोग, ठीक है। वाह जी वाह। 89 लोगों में मैंने आज भी दावा करता हूँ, क्योंकि बात होती है कि इन्होंने कहा कि 100 हुसैन मेरी जेब में, ठीक है। आज भी इन्होंने कह दिया कि कस्तूरी के आगे गूं का ढेर, नाउज बिल्ला जी माशाल्लाह, ठीक है। बहुत अच्छा होया। ਉਹ ਤੈ ਗੱਲ ਤੈ ਹੋ ਗਈ ਨਾ ਪਹਿਲੇ ਵਾਲੀ। नहीं सनी भाई, जो इल्जाम लगा था इनके ऊपर वो तो तय हो गया, क्लियर हो गया। चलो ठीक है। मैं पूछता हूँ, इनको पहले भी चैलेंज दिया गया था कि ये बात अगर ये सच साबित कर दे कि मिर्जा साहब ने ये वाली बात कही है, ठीक है, मैं इनके साथ हूँ। ठीक है, बड़ी अच्छी बात है। इसको और एक और बात भी है, मेरे पास एक और भी है, वो मैं किसी दिन और लगाऊंगा, ठीक है। वो क्योंकि ये मैंने वो जो कर रहे थे बात, वो बड़ी जबरदस्त थी, वो नहीं थी सही बात। एक ऐसा इल्जाम लगा रहे थे ने कभी अपनी जिंदगी में एक दफा भी नहीं कहा। ऐसी गलत बात इनकी तरफ मंसूब कर रहे थे। रिकॉर्डिंग चला ले, अभी माने वो कहते हैं हाँ मैंने कहा है। सनी भाई बात पता है, उन्होंने कभी नहीं कहा। उन्होंने कहा है कि वो बात उन्होंने कभी नहीं कहा जो उनके ऊपर इल्जाम लगा रहे थे वो कही है। जानी साहब जो इल्जाम लगा रहे थे वो इन्होंने कभी नहीं कहा। तो मैंने कहा है कि रजू करते हैं, इन्होंने रजू भी नहीं किया। मैं दोबारा उन्होंने कभी नहीं कहा। सैनी साहब जो अल्फाज आमिर नजीर साहब ने कहे हैं ना, मैं आपको सुना देता हूँ। अगर कहते तो मैं नहीं वो नहीं सुनाने की जरूरत। मैं जी गल कह रहा हूँ वो पहले साबित करो। रिकॉर्डिंग ਜਿਹੜਾ ਉਹਨਾਂ ਨੇ ਇਲਜ਼ਾਮ ਲਗਾਇਆ ਹੈ ਉਹ ਅਲਾਮਾ ਸਾਹਿਬ ਨੇ ਕਦੇ ਨਹੀਂ किया। ਇਹਦਾ सबूत ਉਹਨਾਂ ਨੇ देना है। सनी भाई जो मैं चैलेंज कर रहा हूँ कि अलामा साहब ने कदे नहीं किया। जो अभी इन्होंने इल्जाम लगाए उनके बारे में जो पहले उसको तो मुका लो भाई। जो उन्होंने बात इनकी तरफ मंसूब की है, इन्होंने वो बात कभी नहीं कही। इसका सबूत कौन देगा? वो देंगे। मुझे उस बात का नहीं पता, आप इंसाफ की बात करते जो अभी लामा साहब ने चलें वो ठीक है, फिर वो बात हल हो गई। आप अपनी नई बात कर रहे हैं। मगर आप जो इन्होंने जो इल्जाम लगाए हैं, आप इनके बारे में यस कहते हैं या नो कहते हैं? बस आप बता दें। मुझे नहीं पता कौन से इल्जाम लगाए कौन से नहीं लगाए। सनी भाई आप ये आपकी बात लेते हैं और हमारी बात जो हमारी तरफ इल्जाम आता है वो मैं अर्ज कर रहा हूँ कि जो इल्जाम उन्होंने एक लफ्ज इनके मुतल्लिक बोला था कि इन्होंने ये कहा है, मैंने इनकी तरफ से ये कहा, मुझे उम्मीद थी और ये सुन रहे हैं मौजूद हैं कि वो बात इन्होंने कभी नहीं कही। तो मैं आपको वो बात कह देता हूँ, ठीक है। आप मुझे बता, आपने सिर्फ उसकी तस्दीक करनी है, ठीक है। मैं कह देता हूँ, इन्होंने कहा कि मिर्जा साहब ने कहा है कि हजरत इमाम हुसैन गूं के आगे। मेरी बात को काट के आप आगे जा रहे हैं। पहले उस बात को तय कर लें। वो बात नहीं, आप देखे ना, आपने कहा मुझे, मैं जो बात कह रहा हूँ वो आपको समझ आई है मैंने क्या कहा है? मुझे समझ आई है, मगर ये है कि ये क्या कहा है मैंने? आपने जो भी कहा है कि ये एलिगेशन जो उनकी तरफ लगाया, उन्होंने कभी नहीं कहा ये बात। क्या मैंने कहा है? जो ये ट्रू सीकर साहब कह रहे हैं, जो एलिगेशन लगा रहे हैं लामा साहब के साथ, उन्होंने कभी इस तरह नहीं, मैंने ये नहीं कहा। बात को बिल्कुल हकीकत है सोने की तरह करना चाहिए। करें फिर बात। जो अठवाल जानी साहब हैं, उन्होंने एक लफ्ज इनकी तरफ मंसूब किए कि आपने ये बात कही है। जी मैंने उनको कहा कि ये बात इन्होंने नहीं कही, कभी नहीं कह सकते। ये सुन रहे हैं सामने बैठे हुए राना साहब। मैंने आपकी तरफ से ये बात कही है कि आपने ये नहीं कही, ये ठीक है? मैंने सही बात कही है या नहीं? बिल्कुल आपने ठीक कहा। ये है मेरा मकसद।
وہ جو انہوں نے الزام لگایا ہے وہ اگر علامہ صاحب کی آواز میں سنا دیں تو $1000 انعام ہے. چلیں میری طرف سے بھی انعام آج پہلی دفعہ سن لے آپ. سبحان اللہ سبحان اللہ سبحان اللہ. وہ علامہ صاحب پہ ثابت نہیں ہو سکتا، بس اتنی بات ہے. اب اس کا ثبوت دینا ان کے ذمہ ہے، ان کے ذمہ تو نہیں. ان کو کہیں وہ کہہ رہے ہیں اچھا یہ نہیں کہا تو پھر کیا کہا ہے وہ آپ کر دیں. یہ کو بات ہے یار کہ آپ ادھر نہیں پھنس رہے تو ادھر